इस ग्रह में है कोई जागत रहे, कोई जागत रहे। इस ग्रह में है कोई जागत रहे, कोई जागत रहे। साबत वसत ओह अपनी लहै रहाओ, साबत वसत ओह अपनी लहै रहाओ। ਅਸੀਂ ਰਹਾਓ ਸਾਫ਼ ਕਰ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 182, ਪੇਜ 182, ਗੌੜੀ ਗੁਆਰੇਰੀ ਮਹੱਲਾ ਪੰਜਵੇਂ ਦਾ ਸ਼ਬਦ। ਪਿਛਲੀ ਸੀਡੀ ਦਾ ਲਿੰਕ ਜੋੜ ਲਿਓ। ਔਰ ਇਹ ਸ਼ਬਦ ਦਾ ਅਸੀਂ ਗਿਆਨ ਲੈਣਾ ਸ਼ੁਰੂ ਕੀਤਾ ਸੀ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਗ੍ਰਹਿ ਨੂੰ ਘਰ ਨਹੀਂ ਸਮਝਣਾ, ਸਾਡੀ ਬਾਉੜੀ ਹੈ, ਇਹਦੇ ਅੰਦਰ ਸਾਡਾ ਮਨ ਸੋਇਆ ਮਾਇਆ 'ਚ। ਸਾਡੀਆਂ ਅੱਖਾਂ ਸੁੱਤੀਆਂ, ਸਾਡੇ ਕੰਨ ਸੁੱਤੇ, ਸਾਡੀ ਰਸਨਾ ਸੌਂ ਜਾਂਦੀ ਹੈ। ਔਰ ਮਨ ਜਿਹੜਾ ਅੰਦਰ ਸੁੱਤਾ ਉਹ ਤਾਂ ਬੇਹੋਸ਼ ਹੀ ਪਿਆ ਹੈ, ਜਦੋਂ ਅੱਤ ਸ਼ਰਾਬ ਪੀਤੀ ਹੁੰਦੀ ਮਾਇਆ ਦੀ। ਹੁਣ ਕੋਈ ਲੋਟ, ਉਹਨੂੰ ਕੋਈ ਸੁੱਧ ਨਹੀਂ ਹੈ। ਇਸ ਕਰਕੇ ਇੱਥੇ ਰਹਾਉ ਲਾਇਆ ਮਹਾਰਾਜ ਨੇ ਇਸ ਜਿਸਮ ਵਿੱਚ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਤੂੰ ਬੰਦਾ ਜਾਗਦਾ ਹੁੰਦਾ, ਸੌਂਦਾ ਹੁੰਦਾ ਸਾਰਾ, ਲੇਕਿਨ ਇਹ ਮਨ ਦਾ ਜਾਗਣਾ ਤੇ ਮਨ ਦਾ ਸੌਣਾ ਹੈ ਅੰਦਰਲੇ ਦਾ। ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਸਾਬਤ ਵਸਤ, ਉਹ ਸਾਬਤ ਵਸਤ ਕੀ ਹੈ? ਜਿਹੜੇ ਨੇ ਮਾਨਸ ਜਨਮ ਮਿਲਿਆ ਸੀ ਇਹਨੂੰ, ਉਹ ਐਸਾ ਵਸਤ ਜਿਹੜੀ ਇਹਦੇ ਨਾਲ ਜਾਣੀ ਹੈ। ਸਾਥ ਨਾ ਚਾਲੈ ਲਾਖ ਕਰੋੜੈ, ਪ੍ਰਭ ਜੀ ਕੋ ਨਾਮ ਅੰਤ ਪੁਕਰੋੜੈ। ਸਾਥ ਨਾ ਚਾਲੇ ਬਿਨ ਭਜਨ, ਮਿਥਿਆ ਸਗਲੀ ਸਵਾਹ ਤੇ ਮਿੱਟੀ ਸਗਲੀ ਸ਼ਾਰ। ਔਰ ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਸ਼ਲੋਕ ਹੈ ਸੁਖਮਨੀ ਸਾਹਿਬ ਦਾ, ਜਿਹਦੇ ਇੰਨੇ ਅਸੀਂ ਪਿਆਰ ਸਤਿਕਾਰ ਨਾਲ ਪਾਠ ਕਰ ਰਹੇ ਹਾਂ। ਇਸ ਸ਼ਲੋਕ 'ਤੇ ਠੋਕਰ ਵੱਜਣੀ ਚਾਹੀਦੀ ਹੈ ਕਿ ਪਾਠ ਨਹੀਂ ਨਾਲ ਜਾਂਦੇ। ਪਾਠ ਅਸੀਂ ਆ ਜਿਹੜਾ ਕੰਮ ਕਰਨਾ ਇਹਦੇ ਲਈ ਕਰ ਰਹੇ ਹਾਂ। ਸੁਖਮਨੀ ਸਾਹਿਬ ਦਾ ਸ਼ਲੋਕ ਹੀ ਕਹਿ ਰਿਹਾ, ਸਾਥ ਨਾ ਚਾਲੇ ਬਿਨ ਭਜਨ, ਬੇਖਿਆ ਜ਼ਹਿਰ ਹੈ, ਸਗਲੀ ਸਵਾਹ ਤੇ ਮਿੱਟੀ ਹੈ ਬਾਕੀ ਚੀਜ਼। ਔਰ ਕੀ ਨਾਲ ਜਾਣਾ? ਜਿਹੜਾ ਤੂੰ ਰਿਪੀਟ ਕਰ ਕਰਕੇ ਪਰਮੇਸ਼ਰ ਦਾ ਨਾਮ ਜਪਦਾ, ਉਹ ਨਾਲ ਜਾਂਦਾ ਹੈ। ਸਾਥ ਨਾ ਚਾਲੇ ਬਿਨ ਭਜਨ, ਔਰ ਉਹੀ ਸਾਡਾ ਭਜਨ ਹੈ ਪਰਮੇਸ਼ਰ ਦਾ ਨਾਮ। ਜੀਵ ਨਾਲ ਰਿਪੀਟ ਕਰ ਕਰਕੇ ਜਪਣਾ, ਇੱਕ ਅੱਖਰ 'ਤੇ ਭਗਤੀ ਕਰਨੀ। ਸਾਥ ਨਾ ਚਾਲੇ ਬਿਨ ਭਜਨ, ਮਿਥਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਧਨ ਲੋਕਾਂ ਕੇਰੀ, ਜਿਹੜਾ ਤੂੰ ਜੋੜਿਆ। ਗੁਰੂ ਬਾਬਾ ਨਾਨਕ ਕਹਿ ਰਿਹਾ, ਧਨ ਲੋਕਾਂ ਕੇਰੀ। ਅੱਜ ਨੂੰ ਜਿਸਮ ਨੂੰ ਤੂੰ ਸਾਂਭ ਰੱਖ ਰਿਹਾ, ਸਾਂਭ। ਪਰ ਇਹਦੇ ਨੇ ਜਿਹੜੀ ਬੰਦਗੀ ਕੀਤੀ ਉਹ ਨਾਲ ਜਾਣੀ ਹੈ। ਨਹੀਂ ਤੇ ਜਿਹੜਾ ਤਨ ਹੈ ਭਸਮੇ ਢੇਰੀ, ਇਹ ਚਿਖਾ ਤੇ ਰੱਖ ਦੇਣਾ, ਇਹ ਸੜ ਜਾਣਾ ਸਿਖਾ 'ਚ। ਤੇਰੇ ਪੱਲੇ ਕੀ ਪਿਆ? ਜਿਹੜਾ ਤੂੰ ਸੂਖਸ਼ਮ ਸਰੂਰ ਅੰਦਰ ਗਾਂਹ ਜਾਂਦਾ ਹੈ, ਉਹਦੇ ਨਾਲ ਜਿੰਨਾ ਨਾਮ ਜਪਿਆ ਹੋਵੇ ਉਹ ਅੱਗੇ ਜਾਂਦੇ ਹੈ। ਔਰ ਉਸ ਚੀਜ਼ ਨੂੰ ਤੂੰ ਜਿੰਦੇ ਜਿਹੀ ਵਿਹਾਜ ਲੈ। ਇਹ
ਸਾਬਤ ਵਸਤ ਉਹ ਆਪਣੀ ਲਹੈ। ਉਹ ਪੂਰੀ ਦੀ ਪੂਰੀ ਵਸਤ ਲੈ ਜਾਏਗਾ। ਲੇਕਿਨ ਆ ਹੁਣ ਇੰਦਰੇ ਦੱਸਣਗੇ ਵੀ ਸਾਡੇ ਜਿਹੜੀਆਂ ਅੱਖਾਂ ਹੈ, ਸਾਡੇ ਕੰਨ ਹੈ, 2 ਅੱਖਾਂ 2 ਕੰਨ ਔਰ ਇੱਕ ਜੀਭ ਹੈ, ਮਿੱਠੇ ਸਵਾਦਾਂ 'ਚ ਪਈ, ਅੰਦਰ ਮਨ ਜਿਹੜਾ ਉਹਨ 'ਚ ਬੇਹੋਸ਼ ਪਿਆ ਹੈ। ਇਸ ਕਰਕੇ ਇਹ ਜਿਹੜੀ ਚੀਜ਼ ਹੈ, ਉਸ ਜਿਹੜੀ ਵਸਤ ਅੰਦਰ ਸਾਨੂੰ ਵਿਆਜਣ ਆਏ ਸੀ ਅਸੀਂ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ ਦਾ ਮਤਲਬ ਉਮਰ। ਇਸ ਕਰਕੇ ਤੂੰ ਜਿਸ ਕੰਮ ਆਇਆ ਹੈ ਉਹ ਤੂੰ ਉਹ ਵੀ ਹਾਜਣੀ, ਉਹਨੂੰ ਵਸਤ ਕਿਹਾ, ਅੰਦਰਲੀ ਸਾਬਤ ਵਸਤ। ਨਹੀਂ ਤੇ ਬਾਕੀ ਸਾਬਤ ਕਿਉਂ ਕਿਹਾ ਹੈ? ਬਾਕੀ ਜਿੰਨੇ ਵੀ ਕੋਈ ਕਰਦਾ ਹੈ ਨਾਮ ਜਪਣ ਤੋਂ ਬਗੈਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੱਜ ਕੇ ਲੁੱਟਦੇ ਹੈ। ਉਸ ਬੰਦੇ ਨੂੰ ਤੇ ਜੇ ਗਾਂ ਵੀ ਜਾਂਦਾ ਤੇ ਗਾਂ ਜਮਦੂਤ ਵੀ ਲੁੱਟਦੇ ਉਹਨੂੰ। ਫਿਰ ਜੋ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੋਰਾਰੀ। ਇਸ ਕਰਕੇ ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਿਹਾ। ਇਸ ਕਰਕੇ ਜਿਹੜੀ ਵਸਤ ਵਿਹਾਜਣ ਵਾਲੀ ਹੈ ਤੂੰ ਅਧੂਰੀ ਨਾ ਲਿਜਾ। ਆਪਣੀ ਲੁੱਟ ਤੋਂ ਬਾਅਦ ਅੰਦਰ ਤੇਰੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖਮ ਘਰ ਬਾਹਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ। ਬਾਬੇ ਨਾਨਕ ਦਾ ਸ਼ਬਦ ਹੈ। ਅੱਗੇ ਜੋ ਜਵਾਬ ਦਿੰਦੇ, ਸਾਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਗਲ। ਨਾਮ ਉਚਰ ਲੈ, ਉਹ ਤੇਰੇ ਨਹੀਂ ਤੇ ਜਮ ਪੈਣਗੇ। ਔਰ ਜਮਾ 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 ਅਵਸਥ ਇੱਥੇ ਵੀ ਤੂੰ ਲੁਟਾਈ ਜਾਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਰਨ ਤੋਂ ਬਾਅਦ ਜਮ ਵੀ ਜੂਨੀ 'ਚ ਹੈ। ਉਹ ਵੀ ਤੇਰੇ ਭਲੇ ਕੰਮ ਉਹਨੇ ਜਿੰਨੇ ਤੂੰ ਕੀਤੇ ਉਹਨਾਂ ਨੇ ਰਾਹ 'ਚ ਲੁੱਟੀ ਜਾਣਾ। ਲੇਕਿਨ ਇੱਕ ਚੀਜ਼ ਆ ਜਿਹੜੀ ਲੁੱਟੀ ਨਹੀਂ ਜਾ ਸਕਦੀ ਔਰ ਭਗਤੋਂ ਸਾਬਤ ਲਿਜਾਂਦਾ ਹੈ, ਉਹ ਹੈ ਨਾਮ ਵਾਲੀ ਵਸਤੂ। ਸਾਬਤ ਵਸਤ ਆਪਣੀ ਰਹਾਉ ਲਾਇਆ, ਜਿਹੜਾ ਇਹਨਾਂ ਇੰਦਰੀਆਂ 'ਤੇ ਕੰਟਰੋਲ ਕਰ ਜਾਂਦਾ, ਅੱਖਾਂ 'ਤੇ, ਕੰਨਾਂ 'ਤੇ, ਰਸਨਾ 'ਤੇ, ਮਨ 'ਤੇ। ਇੰਦਰੀ ਉਹਦੀ ਵਸ ਹੁੰਦੀ ਹੈ। ਇਸ ਕਰਕੇ ਉਹਦੀ ਸਾਬਤ ਗਾਂ ਵਸਤ ਜਾਂਦੀ ਹੈ ਤੇ ਔਰ ਉਹਦਾ ਮਨ ਜਾਗਿਆ ਹੁੰਦਾ। ਇਸ ਗ੍ਰਹਿ ਕੋਈ ਜਾਗਤ ਰਹੇ, ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੈ। ਰਹਾਉ ਸਾਬਤ ਵਸਤ ਉਹ ਆਪਣੀ ਲਹੈ। ਇਸ ਗ੍ਰਹਿ ਕੋਈ ਜਾਗਤ ਰਹੇ, ਕੋਈ ਜਾਗਤ ਰਹੇ। ਅੱਖਾਂ ਸੌਂ ਜਾਂਦੀਆਂ ਹੈ, ਸਾਡੇ ਆਖੇ ਨਹੀਂ ਲੱਗਣਗੀਆਂ। ਜਿੰਨੇ ਭੈੜੇ ਦ੍ਰਿਸ਼ਟ ਨਿਊਡ ਫੋਟੋ ਜਿੰਨੀਆਂ ਜੋ ਅੱਜ ਕੱਲ੍ਹ ਚੜ੍ਹ ਰਿਹਾ ਅਖਬਾਰਾਂ 'ਚ ਵੀ ਸਭ ਮਾਰ ਨਿਊਡ, ਉਹ ਸਾਰੀਆਂ ਅੱਖਾਂ ਐਸੀਆਂ ਗਿੱਜਣਗੀਆਂ, ਤੁਸੀਂ ਹਟਾਓਗੇ ਵੀ ਤਾਂ ਵੀ ਨਹੀਂ, ਤੁਸੀਂ ਦੇਖਣੋਂ ਬੰਦ ਹੋਗੇ। ਭੈੜੀ ਦ੍ਰਿਸ਼ਟ ਨਾਲ ਜਿਹੜਾ ਇਹ ਅੱਖਾਂ ਸੌਂ ਜਾਂਦੀਆਂ, ਫਿਰ ਬੰਦਾ ਲੱਖ ਜ਼ੋਰ ਲਾਏ ਤਾਂ ਵੀ ਨਹੀਂ ਹਟਦੀਆਂ। ਇਸ ਕਰਕੇ ਇਹਨਾਂ ਦਾ ਅਸਰ ਪੈਂਦਾ ਮਨ ਦੇ ਉੱਤੇ ਦੇਖਣ ਦਾ। ਇਸ ਕਰਕੇ ਇਹ ਜਿਹੜੇ ਇੰਦਰੇ ਹੈ, 2 ਅੱਖਾਂ 2 ਕੰਨ 4 ਤੇ 4 ਹੱਥ ਪੈਰ। ਉਧਰ ਮਨ ਨੇ ਹੁਕਮ ਕੀਤਾ ਨਹੀਂ, ਅੱਖ ਭੈੜਾ ਦ੍ਰਿਸ਼ਟ ਦੇਖਿਆ ਨਹੀਂ, ਪੈਰਾਂ ਨਾਲ ਚੱਲਿਆ ਨਹੀਂ, ਉਹਨੂੰ ਉਹ ਬੁਰਾ ਕੰਮ ਕਰਨ ਦੇਖਿਆ ਨਹੀਂ, ਹੱਥਾਂ ਨੇ ਨਹੀਂ ਤੁਹਾਡੇ ਵਾਸਤੇ ਰਹਿਣਾ, ਇਹਨਾਂ ਨੇ ਵੀ 100 ਬੁਰੇ ਕੰਮ ਕਰਨੇ ਜਾ ਕੇ। ਇਸ ਕਰਕੇ ਜੋ ਅੱਜ ਕੱਲ੍ਹ ਮੈਂ ਸਾਫ਼ ਕਹਾਂਗਾ, ਜੋ ਅੱਜ ਕੱਲ੍ਹ ਨਾਈਟ ਕਲੱਬਾਂ 'ਚ ਹੋ ਰਿਹਾ ਹੈ ਔਰ ਸਾਡਾ ਗਲਿਆ ਜਾ ਰਿਹਾ ਹੈ, ਹਿੰਦੁਸਤਾਨ ਦੇ ਨੌਜਵਾਨ ਬੱਚੇ ਔਰ ਸਾਰੇ ਇੱਥੇ ਵੀ ਹੈ, ਲੇਕਿਨ ਪੰਜਾਬ 'ਚ ਵੀ ਇਹ ਹਨੇਰੀ ਫਿਰ ਗਈ ਹੈ। ਸਾਰੇ ਬੰਨੇ ਆ, ਸਾਰੀਆਂ ਆਹ ਚੀਜ਼ਾਂ ਵੱਸ 'ਚ ਨਹੀਂ ਰਹੀਆਂ ਉਹਨਾਂ ਦੇ। ਔਰ ਉਹ ਕੰਮ ਕਰ ਰਿਹਾ 9 ਕਰਮ ਇੰਦਰੀਆਂ ਨਾਲ ਬੁਰੇ ਕੰਮ ਕਰਦੇ ਹਾਂ ਅਸੀਂ। ਇਸ ਕਰਕੇ 9 ਇੰਦਰੇ ਹੈ ਜੋ ਕੰਮ ਕਰਨ ਲਈ। 2 ਅੱਖਾਂ 2 ਕੰਨ 4 ਹੱਥ ਪੈਰ 8
ਇੱਕ ਪੁਆੜੇ ਦੀ ਜੀਭ ਜਿੰਨਾ। ਇਸ ਕਰਕੇ ਵੱਡੀ ਸਾਰੀ ਬਾਣੀ 'ਚ ਆਉਂਦੀ ਹੈ ਵੀ ਰਸਨਾ ਸੌਂ ਗਈ ਹੈ ਤੇਰੀ। ਲੱਖ ਪਤਾ ਕਰ ਲੱਖ ਅੰਦਰੋਂ ਆਵਾਜ਼ ਆਵੇ ਉਹ ਤੈਨੂੰ ਸ਼ੂਗਰ ਹੋਈ ਹੈ, ਜਾਣਦੇ ਮਠਿਆਈ ਨਾ। ਬਸ ਫਿਰ ਲੱਡੂ ਚੱਕ ਕੇ ਮੂੰਹ 'ਚ ਪਾੜਨਾ ਜਲੇਬੀ। ਇਸ ਕਰਕੇ ਰਸਨਾ ਵੱਸ 'ਚ ਨਹੀਂ ਰਹਿੰਦੀ। ਹਰ ਇਨਸਾਨ ਇਸ ਵੇਲੇ ਇਸ ਦੇਸ਼ 'ਚ ਦੇਖ ਸਕਦਾ ਵੀ ਕਿੱਦਾਂ ਇਹ ਬੜਿਆਂ ਬੜੇ ਕਹਿ ਰਹੇ ਨੇ ਸਾਰੇ ਵੀ ਕੰਟਰੋਲ ਯੂਰ ਪਲੇਟ। ਪਲੇਟ ਜੋ ਚੀਜ਼ ਆਏ ਤੂੰ ਦੇਖ ਕੇ ਅਡਾਪਟ ਕਰਦਾ। ਬਾਬਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਭੱਖ ਕਹਿੰਦੀ ਹੈ ਗੂੰ ਖੇਸ ਨੂੰ, ਪੈੜੀ ਚੀਜ਼ ਨੂੰ। ਭੱਖ ਅਭੱਖ ਸਭ ਖਾਏ, ਇਹ ਮਨਮੁਖ ਕਾ ਆਚਾਰ। ਤੂੰ ਮਨ ਦੇ ਆਖੇ ਲੱਗ ਕੇ ਖਾਣਾ, ਗੁਰਮੁਖ ਦਾ ਚਾਲ ਚੱਲਣ ਨਹੀਂ ਹੈ। ਭੱਖ ਅਭੱਖ ਸਭ ਖਾਏ, ਇਹ ਮਨਮੁਖ ਕਾ ਆਚਾਰ। ਸਾਡੇ ਤੇ ਪੌੜੀ ਆਉਂਦੀ, ਸੇਵ ਕੀਤੀ ਸੰਤੋਖਈ, ਜਿਹਨੇ ਸੱਚੋ ਸੱਚ ਤੇ ਆਇਆ ਉਹਨੂੰ ਮੰਦੇ ਪੈਰ ਨਾ ਰੱਖ। ਮੰਦਾ ਪੈਰੇ ਹੋਈ ਹੈ ਜੋ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਨਾਈਟ ਕਲੱਬਾਂ 'ਚ ਹੋ ਰਿਹਾ। ਮੰਦੇ ਪੈਰ ਨਾ ਰੱਖਣ, ਕਰ ਸੋ ਕਿਰਤ, ਉਹਦੀ ਕਿਰਤ ਕਰ, ਧਰਮ ਕਮਾ। ਔਰ ਸੇਵ ਕੀਤੀ ਸੰਤੋਖੀ, ਉਹਨੀ ਮੰਦੇ ਪੈਰ ਨਾ ਰੱਖਣ, ਕਰ ਸੋ ਕਿਰਤ ਧਰਮ ਕਮਾਇਆ। ਦੁਨੀਆ ਤੋੜੇ ਬੰਧਨਾ ਉਹਨੀ, ਅੰਨ ਪਾਣੀ ਥੋੜ੍ਹਾ ਖਾਇਆ। ਤੂੰ ਬਖਸ਼ੀਸੀ ਫਿਰ ਅਗਲਾ, ਨਿਤ ਦੇਵੇਂ ਚੜ੍ਹੇ ਸਵਾਇਆ। ਅਤੇ ਤੇਰੀ ਵਡਿਆਈ ਹੁਣ ਇਹ ਹੈ ਤੂੰ ਵੱਡੇ ਨੂੰ ਦੇਖ ਕੇ ਘੱਟ ਹੁਣ ਵਡਿਆਈ ਵੱਡਾ ਪਾਇਆ। ਜਦੋਂ ਇੰਦਰੇ ਕੰਟਰੋਲ ਹੋ ਜਾਂਦੀ ਹੈ ਤੂੰ ਪਹਿਲੀ ਨੀਂਦ ਕਿਹਨੂੰ ਆਉਂਦੀ ਆ ਨੇਤਰ ਦੇ ਦੇਖਣ ਲਈ। ਔਰ ਗੁਰੂ ਅੰਗਦ ਸਾਹਿਬ ਪਹਿਲਾ ਸ਼ਾਗਿਰਦ ਬਾਬੇ ਨਾਨਕ ਨੇ ਘੜਿਆ ਜਦੋਂ, ਔਰ ਉਹਨੇ ਗੱਦੀ 'ਤੇ ਬੈਠ ਕੇ ਫਿਰ ਗੁਰੂ ਨਾਨਕ ਜੀ 'ਤੇ ਆਹ ਸਲੋਕ ਦਿੱਤਾ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀਂ ਕਰਨਾ। ਅੱਖਾਂ ਤੋਂ ਬਗੈਰ ਦੇਖਣਾ ਕੀ ਹੈ? ਅਜੇ ਨਹੀਂ ਵੀ ਅੱਖਾਂ ਬੰਦ ਕਰ ਲੈਣੀਆਂ। ਕੋਈ ਵੱਡੀ ਬੀਬੀ ਹੈ ਉਹਨੂੰ ਆਪਣੀ ਮਾਂ ਸਮਝ, ਤੇਰੇ ਬਰੋਬਰ ਦੀ ਹੈ ਭੈਣ ਸਮਝ। ਜੇ ਤੇਰੇ ਛੋਟੀ ਹੈ ਉਹਨੂੰ ਧੀ ਸਮਝ। ਆਪਣੀ ਦ੍ਰਿਸ਼ਟੀ ਬਦਲਣੀ ਹੈ। ਨੈਣਾਂ ਦੀ ਜਿਹੜੀ ਭੁੱਖ ਹੈ ਮੁੱਕਦੀ ਨੂੰ। ਜਿੰਨਾ ਰੂਪ ਦੇਖੇਗਾ ਉਹਨਾਂ ਹੋਰ ਤੂੰ ਬਾਲਣ ਵਿੱਚ ਪਾ ਰਿਹਾ। ਉੱਥੇ ਪਾਣੀ ਸੁੱਟ, ਅੱਗ ਕਦੀ ਬਾਲਣ ਪਾਇਆ ਨਹੀਂ ਬੁਝਣੀ। ਹੋਰ ਦੇਖਦਾ ਹੋਰ ਭੁੱਖ ਲੱਗਦੀ ਹੈ। ਆਹ ਨੈਣ ਦਾ ਪਹਿਲਾ ਜਿਹੜਾ ਰੱਖਿਆ ਮਹਾਰਾਜ ਨਾ ਵੀ ਅੱਖਾਂ 'ਤੇ ਕੰਟਰੋਲ ਕਰ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥੀਂ ਕਰਨਾ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ। ਕੰਨੀ ਕੀ ਹੈ? ਨਿੰਦਿਆ ਚੁਗਲੀ ਨਾ ਸੁਣ। ਔਰ ਸਭ ਤੋਂ ਵੱਡੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਭਈ ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਇਹ ਜਿਹੜੇ ਲੁਚਰ ਗਾਣੇ ਜਾਂ ਜੋ ਅੱਜ ਕੱਲ੍ਹ ਚੱਲ ਰਹੇ ਵਿਆਹ ਸ਼ਾਦੀਆਂ 'ਚ ਮਾਰਸ਼ੀਟਾਂ ਹਰ ਥਾਂ ਤੁਸੀਂ ਜਾ ਕੇ ਦੇਖਦੇ ਹੋ, ਉਹ ਇੰਨੇ ਗੰਦੇ ਗਾਣੇ ਹੁੰਦੇ ਮਾਂ ਬਾਪ ਨੂੰ ਵੀ ਸ਼ਰਮ ਆ ਜਾਂਦੀ ਹੈ ਵਿੱਚ ਬੈਠਿਆਂ ਨੂੰ। ਬੱਚੇ ਹਟ ਨਹੀਂ ਸਕਦੇ ਕੋਈ। ਐਸੀਆਂ ਗੰਦੀਆਂ ਸੀਡੀਆਂ ਵੀਡੀਓ ਲਾਏ ਹੁੰਦੇ ਜਾਂ ਸਾਰੇ। ਉਹ ਕੀ ਆ? ਉਹ ਹੈ ਤੇਰੀਆਂ ਅੱਖਾਂ ਸੁੱਤੀਆਂ ਪਈਆਂ, ਤੈਨੂੰ ਇਹ ਗੀਤ ਚੰਗੇ ਲੱਗਦੇ, ਕੰਨਾਂ 'ਚੋਂ ਲੁਚਰ ਗਾਣੇ ਪੈਣੇ। ਤੋ ਮਹਾਰਾਜ ਕਹਿੰਦੇ ਸਿੱਖੀ ਨਹੀਂ ਸੀ ਇੱਦਾਂ ਦੀ। ਗੁਰੂ ਅਰਜਨ ਪਾਤਸ਼ਾਹ ਦੇ ਬਾਣੀ ਰਾਹੀਂ ਹੁਕਮ ਹੈ ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਸਰਵਣਾ 'ਚ ਕੀ ਸੁਣਨਾ ਚਾਹੀਦਾ? ਨਾਮ ਬਾਣੀ ਇਹੋ ਜਿਹੇ ਉਹ 'ਚ ਖਿਆਲਾਤ ਜੋ ਸਾਰੇ ਹਰ ਗਏ, ਲੇਕਿਨ ਅੱਖਾਂ ਸੌਂ ਗਈਆਂ ਹੁੰਦੀਆਂ, ਹਟ ਨਹੀਂ ਸਕਦੇ ਹੋ ਤੁਸੀਂ। ਲੱਖ ਰੱਖੋ। ਇਸ ਕਰਕੇ ਉਹ ਹੈ ਅੱਖੀਂ ਬਾਝੋਂ ਦੇਖਣਾ, ਕੋਈ ਬੁਰਾ ਦ੍ਰਿਸ਼ਟ ਨਹੀਂ ਦੇਖਣਾ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ। ਐਡਾ ਬ੍ਰਹਮ ਗਿਆਨ ਦਿੱਤਾ ਹੈ, ਥੋੜਾ ਸੁਣ ਲਈਏ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਜੀਵੇ ਬਾਝੋਂ ਬੋਲਣਾ ਬਿਨ ਹੱਥੀਂ ਕਰਨਾ।
ਬ੍ਰਹਮ ਗਿਆਨ ਦਾ ਅੱਖਰ ਪੜ੍ਹ ਲਿਆ ਤੂੰ ਪੈਰਾਂ ਨੂੰ ਬੰਨ੍ਹ ਕੇ ਖੜਾ ਹੋ ਜਾ। ਮੈਂ ਨਹੀਂ ਪੈਰ ਜਾਣ ਦੇਣੇ ਬੁਰੇ ਕੰਮ ਲਈ, ਹੱਥਾਂ ਨਾਲ ਮੈਂ ਕੋਈ ਬੁਰਾ ਕੰਮ ਨਹੀਂ ਕਰਨਾ, ਅੱਖਾਂ ਨਾਲ ਮੈਂ ਭੈੜਾ ਦ੍ਰਿਸ਼ ਨਹੀਂ ਦੇਖਣਾ, ਕੰਨਾਂ 'ਚ ਮੈਂ ਕੋਈ ਨਿੰਦਿਆ ਚੁਗਲੀ। ਹੋਰ ਸਾਡੇ ਕੰਨ ਖਿੱਚ ਜਾਂਦੇ ਹੈ, ਦੋ ਬੰਦੇ ਗੱਲਾਂ ਕਰ ਰਹੇ ਹੋਣ, ਇਹ ਅੰਦਰੋਂ ਹਟ ਨਹੀਂ ਸਕਦੇ, ਉਹਨੂੰ ਸਵਾਦ ਪਿਆ ਹੁੰਦਾ, ਉਹ ਜਾ ਕੇ ਛੇਤੀ ਨਾਲ ਕੰਨ ਡਾਓ, ਉਹ ਕਿਹੜੀ ਗੱਲ ਕਰ ਰਹੇ ਹੋ ਜਰਾ ਮੈਨੂੰ ਵੀ ਦੱਸੋ, ਦੱਸੋ। ਇਹ ਕੰਨ ਸੁੱਤੇ ਹੁੰਦੇ ਸਾਰਿਆਂ ਦੇ। ਆ ਕੈਸਾ ਸਲੋਕ ਹੈ ਗੁਰੂ, ਆਸੀ ਹਰਤ ਗੁਰੂ ਨਾਨਕ ਔਰ ਗੁਰੂ ਅੰਗਦ ਸਾਹਿਬ ਵੇਲੇ। ਅੱਖੀ ਵਾਜੋਂ ਦੇਖਣਾ ਬਿਨ ਕੰਨੇ ਸੁਣਨਾ, ਅੱਖਾਂ ਵਾਜੋਂ ਚੱਲਣਾ ਬਿਨ ਹੱਥੀ ਕਰਨਾ। ਆ ਜੀਵ ਨੂੰ ਜੋ ਅੰਦਰੋਂ ਜੋ ਜੀ ਹੋਏ ਸੋ ਗਵੇ ਮੂੰਹ ਕਾ ਕਹਿਆ ਵਾਓ ਬਾਬਾ ਨਾਨਕ ਆਸਾ ਦੀ ਵਾਰ ਕਹਿੰਦਾ ਜੋ ਤੇਰੇ ਜੀ 'ਚ ਖਿਆਲਤ ਆਉਂਦੇ ਉਹ ਮੂੰਹ ਥਣੀ ਤੋਂ ਬਾਹਰ ਕੱਢ ਦੇ। ਪਹਿਲਾਂ ਜੋ ਬੁਰੇ ਖਿਆਲ ਆਉਣਗੇ ਅੰਦਰ ਉੱਠਣਗੇ, ਉੱਥੋਂ ਬਾਅਦ ਇਹ ਕੰਮ 9 ਕਰਮ ਇੰਦਰੀਆਂ ਨੂੰ ਹੁਕਮ ਕਰਦਾ ਮਨ। ਜੀਵ ਸਭ ਤੋਂ ਵੱਡਾ ਇੰਦਰਾ ਖਰਾਬ ਹੋਏ ਆ। ਜੋ ਜੀ ਹੋਏ ਸੋ ਅਗਵੇ ਮੂੰਹ ਕਾ ਕਹਿਆ ਵਾਓ, ਜੋ ਤੇਰੇ ਜੀ 'ਚ ਹੁੰਦੀ ਉਹ ਤੂੰ ਜ਼ੁਬਾਨ ਦੇ ਨਾਲ ਬਾਹਰ ਗੱਲ ਬਕਵਾਸ ਕਰ ਦਿੰਦਾ। ਇਹਨੂੰ ਜਰਨਾ ਸਿੱਖ, ਅੰਦਰਲੇ ਖਿਆਲਾਂ 'ਚ ਜੋ ਬੀਜੇਗਾ ਬਿੱਖ ਬੀਜੇਗਾ, ਬਿੱਖ ਵੱਢੇਗਾ। ਗੰਦੇ ਖਿਆਲ ਅੱਛੇ ਖਿਆਲਾਂ 'ਚ ਵਸਾਏਗਾ ਅੰਦਰ, ਉਹ ਅੱਛੇ ਤੈਨੂੰ ਵੜ ਕੇ ਮਾਰਾ। ਕਹਿੰਦਾ ਵੀ ਜਿਹੜਾ ਇਸ ਕੰਨਾਂ 'ਤੇ ਕੰਟਰੋਲ ਨਹੀਂ ਕਰਦਾ ਜਾਂ ਸਾਰੀਆਂ ਇਹਨਾਂ ਇੰਦਰੀਆਂ 'ਤੇ, ਉਹ ਸੁੱਖ ਸੁਪਨੇ ਵੀ ਨਹੀਂ, ਉਹਨੂੰ ਸੁਪਨੇ ਵੀ ਇਹੋ ਜਿਹੇ ਹੋਣਗੇ, ਸਭ ਕੁਛ ਪੈੜੇ ਹੋਣਗੇ। ਪਰ ਜਿਹਨੇ 'ਤੇ ਕੰਟਰੋਲ ਕੀਤਾ, ਬਾਬੇ ਨਾਨਕ ਨੂੰ ਸੁਪਨਾ ਕੈਸਾ ਆਉਂਦਾ ਸੀ, ਰੱਬ ਦੇ ਸੁਪਨੇ ਆਉਂਦੇ। ਉਹ ਕਹਿੰਦੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਧ ਕਨ ਪਿਆਰੇ, ਭੀਜ ਨਾ ਸਕਾਂ ਕੋਏ। ਕਹਿੰਦੇ ਮੈਂ ਉੱਥੇ ਤੱਕ ਪਹੁੰਚ ਵੀ ਨਹੀਂ ਸਕਦਾ, ਸੁਪਨਾ ਹੀ ਕਿਤੇ ਫੇਰ ਆ ਜਾਏ। ਬਾਬੇ ਨਾਨਕ ਦੀ ਜ਼ਿੰਦਗੀ ਦੇਖੋ, ਜਿਹੜਾ ਪਿਛਲਾ ਸ਼ਬਦ ਲਿਆ ਸੀ, ਜਨ ਪ੍ਰੇਮ ਦੇ ਕੰਨ ਲੱਗੇ, ਕਿੱਦਾਂ ਉਹ ਕਿਹੜੀ ਅਵਸਥਾ 'ਚ ਬਾਬੇ ਨਾਨਕ ਨੇ। ਉਹ ਕਹਿੰਦਾ ਸੁਪਨੇ 'ਚ ਵੀ, ਕਿਉਂਕਿ ਬਾਣੀ 'ਚ ਲਿਖਿਆ ਜਿਸ ਕਾ ਰਾਜ ਤਿਸੀ ਕਾ ਸੁਪਨਾ। ਜਿਹੜਾ ਆਲੇ ਦੁਆਲੇ ਜਿਹੜਾ ਹੋਊਗਾ ਕੰਮ ਵਰਤ ਲਿਆ ਹੋਊਗਾ, ਉੱਦਾਂ ਦੇ ਉਹਨੂੰ ਸੁਪਨੇ ਹੋਣੇ। ਤੋ ਜਿਸ ਕਾ ਰਾਜ ਤਿਸੀ ਕਾ ਸੁਪਨਾ। ਤੋ ਬਾਬਾ ਨਾਨਕ ਕਹਿੰਦਾ ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਧ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਆ ਇੱਕ ਤਰੀਕਾ ਰਹਿ ਗਿਆ, ਆਓ ਸੁਭਾਗੀ ਨੀਂਦੜੀਏ, ਮਤ ਸ਼ਾਹ ਦੇਖਾਂ ਮੈਂ ਮੁੜ ਕੇ ਫੇਰ ਸੁਪਨਾ ਮੈਨੂੰ ਉਹਦੇ 'ਤੇ ਦਰਸ਼ਨ ਕਰਨਾ। ਤੋ ਇਸ ਕਰਕੇ ਜਿਹੜਾ ਇਹ ਹੈ, ਇਹ 9 ਕਰਮ ਇੰਦਰੀ ਹੈ, ਇਹ ਅੰਦਰ ਮਨ ਇਹਨਾਂ ਦੇ ਉੱਤੇ ਡਰਾਈਵਰ ਹੈ। ਇਸ ਕਰਕੇ ਇਹ ਮਨ ਸਭ ਕੁਛ ਕਰਾਉਂਦਾ। ਜੋ ਜੀ ਹੋਏ ਸੋਗਵੇ ਮੂੰਹ ਕਾ ਕਹਿਆ ਵਾਓ, ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਇਸ ਕਰਕੇ ਅੰਮ੍ਰਿਤ ਬੀਜ ਅੰਮ੍ਰਿਤ ਉੱਗੇਗਾ, ਬਾਕੀ ਆ ਜੇ ਇਹਨਾਂ ਇੰਦਰੀਆਂ ਦੇ ਮਗਰ ਲੱਗਾ ਤੇ ਤੈਨੂੰ ਕਦੀ ਸੁੱਖ ਨਹੀਂ ਮਿਲਣਾ। ਇਹ ਸੁੱਤੇ ਪਏ ਹੈ। ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਸਰਵਣ ਸੋਏ ਸੁਣੇ ਨਿੰਦਰ ਵਿਚਾਰ, ਸਰਵਣ ਸੋਏ। ਇਹਨਾਂ ਔਗਣਾਂ ਦੀ ਪ੍ਰਵਾਹ ਨਹੀਂ ਕਰਦਾ, ਭਗਤ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ, ਨਾਲੇ ਸਾਰੇ ਕੰਮ ਹੈ। ਓਏ ਇਹ ਖੰਡ ਪਾਠ ਕਰਨ ਲਈ ਇਹੋ ਜਿਹੀਆਂ ਚੀਜ਼ਾਂ, ਖੰਡ ਪਾਠੀ ਜਿਹੜਾ ਪਾਠ ਇਹਨੇ ਕਰਦੇ ਉਹੀ ਜ਼ਿਆਦਾ, ਕਿਉਂਕਿ ਬਾਣੀ ਤਾਂ ਸਮਝਣੀ ਨਹੀਂ। ਉਹ ਕਹਿੰਦੇ ਜੀ ਇਹ 'ਚ ਪਾਰਸ ਕਲਾ, ਅਸੀਂ ਕਹਿੰਦੇ ਬਾਣੀ 'ਚ ਗਿਆਨ ਕਲਾ, ਗਿਆਨ ਸਾਡੇ ਕੋਲ ਆ ਰਿਹਾ ਇਹਨਾਂ ਇੰਦਰੀਆਂ ਨੂੰ ਵਸ ਕਰਨ ਲਈ। ਨੈਣੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਸਰਵਣ ਸੋਏ ਸੁਣੇ ਨਿੰਦ ਵਿਚਾਰ, ਰਸਨਾ ਸੋਈ ਲੋਭੇ ਮੀਠੇ ਸਾਧ। ਰਸਨਾ ਸੋ ਜਾਂਦੀ ਹੈ ਲੋਭ ਮਿੱਠੇ ਦੇ ਸਵਾਦਾਂ 'ਚ। ਬਾਬੇ ਨਾਨਕ ਦੀ ਬਾਣੀ ਅਜੀਬ ਹੈ। ਕਹਿੰਦਾ ਤੂੰ ਮਿੱਠਾ ਖਾਣਾ, ਤੇਰਾ ਮੂੰਹ ਆ ਕਹਿੰਦਾ, ਫਿਰ ਕਹਿੰਦਾ ਮੈਨੂੰ ਸਵਾਦ ਲਈ ਕੌੜੀ ਚੀਜ਼ ਦੇ ਕੋਈ। ਮਿੱਠਾ ਬਾਣੀ ਦੇ ਰਿਹਾ ਬਾਬੇ ਨਾਨਕ ਦੀ, ਕੋਈ ਸੰਤ ਸਿਗਰਟ 'ਚ ਨਹੀਂ,
ਆਮ ਪਿੰਡਾਂ ਵਾਲੀ ਬੋਲੀ ਚਲੀ ਗਈ ਆ। ਪਿੱਛੇ ਮੈਂ ਮਿੱਠਾ ਖਾਣਾ, ਮੈਨੂੰ ਕੌੜੇ ਦਾ ਸਵਾਦ ਪੈ ਜਾਂਦਾ, ਫਿਰ ਮੈਂ ਕੌੜਾ ਖਾਣਾ, ਫਿਰ ਮੈਂ ਮਿੱਠਾ ਖਾਣਾ। ਅਖੀਰ 'ਤੇ ਲਿਖਤਾ ਕੌੜਾ ਮਿੱਠਾ ਦੋਵੇਂ ਰੋਗ। ਬਾਬਾ ਆ ਜਿਹੜਾ ਰੋਗ ਦਾ ਅਸੀਂ ਚੈਪਟਰ ਸੋਏ ਆ, ਕਹਿੰਦਾ ਕਹੋ ਜੀਵ, ਇਹ ਸਭ ਜੀਵ ਕਰਾਉਂਦੀ ਹੈ। ਮਿੱਠੇ ਨੂੰ ਰੱਜ ਗਈ, ਫਿਰ ਕੋਈ ਸਲੂਣਾ ਲਿਆਵੇ। ਤੋ ਕੌੜਾ ਮਿੱਠਾ, ਉਹਨੂੰ ਕੌੜਾ ਮਿੱਠਾ ਦੋਵੇਂ ਰੋਗ। ਬੰਦਾ ਤੇਰੇ ਰੋਗ ਲੱਗੇ ਆ, ਤੂੰ ਆਪਣੀ ਸਿਹਤ ਦੇ ਮੁਤਾਬਕ ਦੇਖ ਵੀ ਤੈਨੂੰ ਕਿਹੜੀ ਚੀਜ਼ ਮਾਫਕ ਬੈਠਦੀ ਹੈ। ਮਾਫਕ ਥੋੜ੍ਹੀ ਦੇਖਣੀ ਉਹਨੇ। ਚੱਲ ਜੋ ਪਲੇਟ 'ਚ ਆਇਆ ਸਾਹਮਣੇ, ਮਨ ਮੁਖ ਕਾ ਆਚਾਰ, ਇੱਥੇ ਮਨ ਨਾ ਕਰਾਉਂਦਾ ਭਾਖਾ ਭਾਖ ਸਭ ਖਾਏ, ਇਹ ਮਨ ਮੁਖ ਕਾ ਆਚਾਰ। ਨੈਨੋ ਨੀਂਦ ਪਰ ਦ੍ਰਿਸ਼ਟੀ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭੇ ਮੀਠੇ ਸਾਦੇ, ਇਹ ਰਸਨਾ ਸੋਈ ਲੋਭੇ ਮੀਠੇ ਸਾਦੇ, ਮਨ ਸੋਇਆ ਮਾਇਆ ਵਿੱਚ ਸਮਾਨੇ, ਮਨ ਸੋਇਆ ਮਾਇਆ ਵਿੱਚ ਸਮਾਨੇ। ਆ ਨਾ ਲਾਈਨਾਂ ਨਾਲ ਆਣ ਕੇ ਰਹਾਓ 'ਚ ਸਮਾਉਣਾ ਰਹਾਓ। ਕਹਿੰਦੇ ਇਸ ਸਾਰੇ ਸਰੀਰ ਦੇ ਵਿੱਚ ਕੋਈ ਵੀ ਨਹੀਂ ਜਾਗਦਾ, ਸਾਰੇ ਕੁੰਭ ਕਰਨ ਦੀ ਨੀਂਦੇ ਪਏ, ਜਾਗਦੇ ਨਹੀਂ ਹੈ। ਕਈ ਜਨਮ ਹੋ ਗਏ ਸੁੱਤਿਆਂ ਨੂੰ। ਬਾਣੀ ਪੜ੍ਹੋ, ਆਹ ਗਿਰੀ ਜਗਾਏਗਾ, ਆ ਗਿਆਨ ਜਗਾਏਗਾ ਵੀ ਕੋਈ ਕੀ ਹੈ, ਉਹ ਜਾਗਣ ਵਾਲੀ ਚੀਜ਼ ਹੈ ਅੰਦਰ। ਗ੍ਰਹਿ ਮੇਂ ਕੋਈ ਜਾਗਤੇ ਰਹੇ, ਕੋਈ ਜਾਗਤੇ ਰਹੇ। ਉਹਦਾ ਸਾਬਤ ਪਾ ਲੱਗੇ ਨਹੀਂ ਜਾਏਗਾ। ਫਿਰ ਸਾਬਤ ਵਸਤ ਉਹ ਆਪਣੀ ਲਹੈ, ਇਹ ਸਾਬਤ ਵਸਤ ਉਹ ਆਪਣੀ ਲਹੈ। ਕੋਈ ਜਾਗਤੇ ਰਹੇ, ਕੋਈ ਜਾਗਤੇ ਰਹੇ। ਇਹਦੇ ਸਾਰੀਆਂ ਜਿਹੜੀਆਂ ਕਰਮ ਇੰਦਰੀ ਹੈ, ਕਈ ਕਿਸਮ ਦੀ ਇੰਦਰੀਆਂ, ਸੈਂਸਿਸ ਸਾਡੀਆਂ, ਇਹ ਸਾਰੇ ਅੰਦਰਲੇ, ਇਹ ਸਾਰੀਆਂ ਸਪਿਰਿਚੁਅਲ ਰਾਸਤੇ ਦੀਆਂ ਰੁਕਾਵਟਾਂ ਦੱਸਦੀਆਂ। ਉਹ ਸਾਰੀਆਂ ਛੋਟੀਆਂ ਇੰਦਰੀਆਂ ਵੀ ਸੁਤਨੀਆਂ। ਦੇਖੋ ਸਗਲ ਸਹੇਲੀ ਆਪਣੇ ਰਸ ਮਾਤੀ, ਉਹਨਾਂ ਨੂੰ ਬੁਰੇ ਕੰਮ 'ਚ ਬੜਾ ਸਵਾਦ ਆਉਂਦਾ ਹੈ। ਸਾਡੇ ਸਾਰਿਆਂ ਦੀ ਹਾਲਤ ਹੈ। बुरे काम को उठ खलोया, उस वे हलतां चल पैंदियां। नाम की वेला सप लड़ जाता, नाम की वेला पैस होया। बाणी कह रहे हैं हुणे, बाणी खंड पाठियां ली थी, पाठ पिए जी बाणी नूं कोई समझ आ समझ पश्तो लिखी है महाराज ने। पश्तो पछाणा दी बोली होंदी, दागे चसदा के ना मसदा। वो कोई बोली सीधी पंजाब दी दी, बुरे काम को उठ खलोया, नाम की वेला पैस होया। तो इस करके आ कह दे सगल सहेली, एक बाहरियां सहेलियां नहीं है, आ साडियां अंदरलियां सेंसेज है। सगल सहेली अपने रस माते, इन्हां नूं नहीं पता भी साडा की लुटिया जा रहा। ग्रह अपने की खबरे न जाती, खबर तो तां लगे ना जो बाणी नूं समझे। इसे दा पाठ हो रहा रहूं, सागल लुटिया जा रहा बंदा, पर ना समझ के बाणी वो सारा उन्हें पता ही नहीं लगता। सागल सहेली अपने रस माती, ग्रह अपने खबरे न जाती। कौन लुट गया? मुसनहारे
ਇੱਕ ਡਾਕੂ ਹੁੰਦਾ, ਇੱਕ ਬਟਵਾਰਾ ਹੁੰਦਾ। ਛੋਟੀਆਂ ਛੋਟੀਆਂ ਚੀਜ਼ਾਂ ਉਸ ਵੇਲੇ ਸਮਝ ਲਈਏ ਬਾਬੇ ਨਾਨਕ ਵੇਲੇ ਇੱਕ ਡਾਕੂ ਹੈ, ਐਂ ਲੁੱਟ ਕੇ ਮਾਰ ਕੇ ਕਤਲ ਕਰਕੇ ਸਭ ਲੈ ਜਾਂਦਾ। ਇੱਕ ਬਟਵਾਰਾ ਹੁੰਦਾ ਜਿਹੜਾ ਰਾਹ 'ਚ ਬੈਠਾ ਹੁੰਦਾ, ਉਹ ਰਾਈਆਂ ਦੇ ਕੱਪੜੇ ਲਾ ਕੇ ਕਰ ਲੈ ਜਾਂਦਾ। ਖੜਾ ਲੁੱਟਣ ਵਾਲੇ ਉਹ ਬਟਵਾਰੇ, ਉਹ ਆ 5 ਚੋਰ। ਉਹ ਇੱਕ ਡਾਕੂ ਹੁੰਦਾ, ਇੱਕ ਲੁਟੇਰਾ ਹੁੰਦਾ, ਇੱਕ ਕਾਤਲ ਹੁੰਦਾ, ਕਈ ਕਿਸਮ ਦੇ। ਭੱਟ ਕਹਿੰਦੇ ਆ ਬੱਟੇ ਰਾਹ ਦੇ ਵਿੱਚ ਲੁੱਟਣ ਵਾਲੇ ਨੂੰ। ਪਹਿਲਾਂ ਇੰਨੇ ਪਿੰਡ ਨਹੀਂ, ਦੂਰ ਦੇ ਰਾਹ ਠੱਗ ਬੈਠੇ ਹੁੰਦੇ ਸੀ ਲੁੱਟਣ ਵਾਲੇ। ਤੋ ਐਡਾ ਵੱਡਾ ਬਟਵਾਰਾ ਭਾਈ ਸਾਹਿਬ ਜੀ ਆ ਮਹਾਰਿਸ਼ੀ ਜਿਹਨੇ ਸੀਤਾ ਨੂੰ ਸਾਂਭਿਆ, ਆਪਣੀ ਰਮਾਇਣ 'ਚ ਆਉਂਦਾ ਬਾਲਮੀਕ। ਇਹ ਮਾਝੇ ਦਾ ਚੂੜਾ ਸੀ, ਲੁੱਟਦਾ ਹੁੰਦਾ ਸੀ ਲੋਕਾਂ ਨੂੰ, ਔਰ ਲੁੱਟ ਕੇ ਬਾਅਦ ਕਤਲ ਕਰ ਦਿੰਦਾ ਸੀ। ਫਿਰ ਆਪਣੇ ਬੱਚਿਆਂ ਨੂੰ ਲਿਆ ਕੇ ਉਹ ਸਾਰਾ ਉਹਦਾ ਮਾਲ ਮੂਲ ਘਰ ਦਾ। ਇੱਕ ਦਿਨ ਕੋਈ ਸਾਧੂ ਡਿੱਕੇ ਇਹਦੇ ਆ ਗਿਆ। ਹੁਣ ਇਲਾਕਾ ਵਸਿਆ, ਨਹੀਂ ਤੇ ਸੀਤਾ ਨੂੰ ਵੀ ਇੱਥੇ ਹੀ ਬਨਵਾਸ, ਉਹਦਾ ਥਾਂ ਹੈ ਜਿੱਥੇ ਲਵ ਕੁਛ ਪੈਦਾ ਹੋਏ, ਸਾਰੇ ਅੰਮ੍ਰਿਤਸਰ ਦੇ ਲਾਗੇ। ਇਹ ਸਾਰਾ ਔਜ਼ਾਰ ਸੀ ਪਹਿਲਾਂ ਸਾਹਿਬ, ਔਰ ਉੱਥੇ ਰਾਹ 'ਚ ਬਾਲਮੀਕ ਚੌਥੇ ਪੌੜੀ ਦਾ ਚੂੜਾ ਸੀ, ਔਰ ਐਡਾ ਤੱਕ ਆਪਣੇ ਦੇਖੋ ਕਿੱਥੋਂ ਮਹਾਰਾਜ ਨਾਲ ਲੋੜ ਲੱਗੀ, ਔਰ ਕਿੱਡਾ ਵੱਡਾ ਰਿਸ਼ੀ ਹੋਇਆ। ਉਹ ਡਾਕੂ ਆਏ, ਉਹ ਰਾਹ ਜਾ ਰਿਹਾ ਸੀ ਉਸੇ। ਇੱਕ ਦਿਨ ਡਿੱਕੇ ਆ ਗਿਆ ਕੋਈ ਸਾਧੂ ਵਿਚਾਰਾ, ਉਹਦੇ ਕੱਪੜਾ ਲਾ ਕੇ ਤੇ ਉਹਨੂੰ ਮਾਰਨ ਲੱਗਾ ਕੱਪੜੇ। ਕਹਿੰਦਾ ਭਾਈ ਤੂੰ ਮੇਰੇ ਕੱਪੜੇ ਲਾ ਲਾ, ਪਰ ਤੂੰ ਕਾਹਦੇ ਲਈ ਇਹ ਕੰਮ ਕਰਦਾ? ਕਹਿੰਦਾ ਜੀ ਮੈਂ ਬੱਚੇ ਨਹੀਂ ਪਾਲਣੇ। ਕਹਿੰਦੇ ਜਾ ਕੇ ਬੱਚਿਆਂ ਨੂੰ ਪੁੱਛਿਆ ਵੀ ਜਦੋਂ ਤੇਰਾ ਗਾਂ ਲੇਖਾ ਹੋਏਗਾ ਉਹਦੇ ਨਾਲ ਤੇਰੇ ਨਾਲ ਕੋਈ ਜਾਊਗਾ? ਉਹ ਘਰ ਆਣ ਕੇ ਬੱਚਿਆਂ ਕੋਲ ਆਇਆ। ਉਹ ਸਿੱਧੜ ਬੱਚੇ ਕਹਿਣ ਕਿ ਜਿੱਥੋਂ ਮਰਜ਼ੀ ਲਿਆ ਕੇ ਖਵਾ, ਤੂੰ ਸਾਨੂੰ ਜੰਮੇ ਆ, ਸਾਨੂੰ ਦੇਸ਼ ਜੋ ਖਾ। ਉਹ ਵੀ ਅੱਗਿਓਂ ਉਹ ਕਹਿੰਦਾ ਹੱਦ ਹੋ ਗਈ, ਤੁਸੀਂ ਗਾਂ ਜੱਥੇ ਮੇਰਾ ਲੇਖਾ ਹੋਇਆ, ਤੁਸੀਂ ਨਾਲ ਨਹੀਂ ਮੇਰੇ ਹੋ? ਕਹਿੰਦੇ ਨਾਲ ਕੋਈ ਗਿਆ ਵਾ ਅੱਜ ਤੋਂ, ਤੇਰੀ ਮੱਤ ਮਾਰੀ ਗਈ ਹੈ, ਤੂੰ ਆਪੇ ਲੇਖਾ ਲੈਣਾ ਆਪਣਾ। ਉੱਥੇ ਆਣ ਕੇ ਸਾਧੂ ਦੇ ਪੈਰੀ ਪੈ ਗਿਆ। ਗਿਆਨ ਐਡਾ ਵੱਡਾ ਰਿਸ਼ੀ ਬਾਲਮੀਕ ਹੋਇਆ, ਜਿਹਨੇ ਰਮਾਇਣ ਲਿਖੀ, ਜਿਹਦੇ ਕੋਲ ਸੀਤਾ ਨੂੰ ਪਨਾਹ ਮਿਲੀ। ਸਾਰਾ ਉਹ ਬਟਵਾਰਾ ਆ ਸੀ। ਏਦਾਂ ਸਾਡੇ ਅੰਦਰ ਇਹ 5 ਲੱਗੇ ਹੈ। ਇਹ ਮੁਸਨਹਾਰ ਲੁੱਟਣਹਾਰ, ਮੁਸਨਹਾਰ 5 ਬਟਵਾਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਮੁਸਨਹਾਰ 5 ਬਟਵਾਰੇ। ਕਦੀ ਸਿੱਖੀ ਦੇ ਵਿੱਚ ਗੱਲਾਂ ਸਮਝਾਈਆਂ ਸਾਨੂੰ ਤੇ ਸਮਝਾਈ ਜਾਂਦਾ, ਪਾਠ ਦੇ ਇੰਨੇ ਕਰ ਲਓ, ਆ ਸਾਰਾ ਸਾਧਨ ਸੰਤਾਂ ਵੀ ਇੰਨੇ ਪਾਠ ਕਰ ਲਓ, ਤੁਹਾਡੇ ਰੱਖਿਓ। ਉਹ ਜਿਹੜੇ ਤੁਹਾਡੇ ਅੰਦਰ 5 ਹੈ, ਤੁਸੀਂ ਇਹਨਾਂ ਦੀ ਕਦੀ ਗੱਲ ਹੀ ਨਹੀਂ ਕੀਤੀ ਕਿਸੇ ਨਾਲ। ਇਹ ਮੁਸਨਹਾਰ 5 ਬਟਵਾਰੇ। ਸੁੰਨਾ ਨਗਰ ਪਿਆ ਸੀ, ਕੋਈ ਇਹਨਾਂ ਨੂੰ ਰੋਕਣਾ ਨਹੀਂ ਸੀ। ਸੁੰਨੇ ਨਗਰੇ ਪਰੇ ਠੱਗ ਸਾਰਾ ਤੇਰਾ ਚੰਗਾ ਕੰਮ ਲੁੱਟ ਗਏ। ਇਹ ਸੁੰਨੇ ਨਗਰੇ ਸਾਰੇ ਤੇ ਸੁੱਤੇ ਹੁੰਦੇ ਤੇ ਕੋਈ ਜਾਗਦਾ ਘਰ 'ਚ ਹੋਵੇ ਉੱਠਣੇ ਤੇ ਮੌਜ ਹੈ ਉਹਨਾਂ ਨੂੰ, ਕੋਈ ਰੋਕਣ ਵਾਲਾ ਨਹੀਂ। याद रखे 5 डाकू 5 चोर 5 ठग ऐसे जरीले, और इन्हों कोई नहीं रोक सकता। देखो गा बाणी की आ रही है। उन तेरा खे बाप नमाज, अंदर रुटी रहते मां बाप कितना विचारनगे? ਜਿਹਦਾ ਚਾਲ ਚਲਣ ਭੈੜਾ ਹੋਏ ਘਰ ਦੇ ਵਿੱਚ, ਸਾਰੇ ਉਹਨੂੰ ਕਿੱਦਾਂ ਵਿਚਾਰਨਗੇ? ਉਹਦੇ ਅੰਦਰ ਲੁੱਟ ਰਹੇ ਹੈ। ਕਹਿੰਦਾ ਤੇਰੇ ਮਾਂ ਨੇ ਵੀ ਆਉਣਾ, ਭਾਈ ਨੇ ਵੀ ਆਉਣਾ। ਦੇਖੋ ਕੈਸਾ ਅਜੀਬ ਸ਼ਬਦ ਹੈ। ਔਰ ਗੁਰੂ ਨਾਨਕ ਦੀ ਗੱਦੀ ਤੇ 16 ਸਾਲ ਦੀ ਉਮਰ ਦਾ ਬੱਚਾ ਬੈਠ ਕੇ ਸ਼ਬਦ ਲਿਖਿਆ। ਗੁਰੂ ਅਰਜਨ ਦੇਵ ਜੀ ਉਹ ਕਹਿੰਦੇ ਉਨ ਤੇਰਾ ਖੇ ਬਾਪ ਨਮਾ, ਨਾ ਤੇਰੇ ਪਾਪੇ ਨੇ ਰੱਖਣਾ, ਨਾ ਤੇਰੀ ਮਾਮਾ ਨੇ ਰੱਖਣਾ। ਉਸ ਵੇਲੇ ਉਨ ਤੇਰਾ ਖੇ, ਇੱਕ
देखना है, देखा गया है। कौन तेरा खे बाप न माई, कौन तेरा खे मीत न पाई। किसी ने सुने हम जी शब्द खंड पाठ कर ले, वो खंड पाठ का की फायदा जी, अंदर सब कुछ तो लुटी जाती है। ऊन तेरा खे बाप न माई, ऊन तेरा खे मीत न पाई। चलो जी लखा पति बंदा खरी छुट जाएगा। दरब कहते हैं दौलत नूं, और उस बड़ी सियाणप भी है, बड़ा नायक भी है। कहते इन्हों ने नहीं छड़ना, उन्होंने भी भावें कोई किड्डा लै मने इन्ना करोड़ां पति होवे, कहते दरबे सियाण ना कोई लै कि एडा बंदा भी ये भी बाजूगा ना को नहीं। दरबे सियाण, दरबे कहते दौलत, सियाणप कहते इंटलेक्चुअलिज्म, इतने लैक टू लैक बंदे नहीं इन्हें नहीं छड़ना। दरबे सियाण ना होए रहे, अगे इलाज है साध संगे कोई दोस्त वास्ते साध संग लभनी असी दसी आ रहे हैं। कब हम साध संगत पावै, जे सुखमनी साहब दे घोटे लाए है, कदी आ भी लाइट ले लिया करियो देखो। वो लिखता सुखमनी साहब कब हूँ कदी कदी मन अंदर गुरु की कृपा ना जड़ा सच्चे रास्ते ते लग जाए, वह चढ़ना शुरू हो जाता और ऐसी जगह पहुँचता है जिन्हों साध संगत किया, अंदर स्पिरिचुअल स्टेज है, ऐसी चढ़ाई वाली जगह। कब हूँ साध संगे, उत्थे ही साध मीन सतगुर संत कला बंदा है। साध संगे ਉਹਦਾ ਸੰਗ ਹੋ ਜਾਂਦਾ ਅੰਦਰ ਸਤਿਗੁਰੂ ਸੰਤ ਸਾਧ ਦਾ, तो ओए दुष्ट वस होते। आ ਜਿਹੜੇ ਦੁਸ਼ਟ है ਭੱਜੇ, ਜਦੋਂ ਆਉਣਾ ਸ਼ੁਰੂ ਹੋਇਆ ਇਹਨਾਂ ਨੇ ਭੱਜਣਾ ਸ਼ੁਰੂ ਕਰ ਦੇਣਾ। ਦੋ ਤਲਵਾਰਾਂ ਇੱਕ ਮਿਆਨ 'ਚ ਨਹੀਂ ਰਹਿ ਸਕਦੀਆਂ। ਜਿੱਥੇ ਸਤਿਗੁਰੂ ਆਏਗਾ ਉੱਥੇ ਬੁਰਾਈਆਂ ਭੱਜ ਜਾਣਗੀਆਂ, ਜਿੱਥੇ ਸਤਿਗੁਰੂ ਨਹੀਂ ਹੈ ਉੱਥੇ ਸਭ ਐਨ ਮੌਜਾਂ ਲੁੱਟ ਰਹੇ ਨੇ। ਇਸ ਕਰਕੇ ਤੋ ਆਇਆ ਅਗਲੀ दरबे सियाण ना कोई रहते, साध संगे कोई मुक्त वास्ते होते। तो कब साध संगत पावे, अंदर संगत बाहर है, साध संगत अंदर है। कब साध संगत पावे, उस स्थान ते बाहर ना आवे। ਮਨ ਉੱਥੇ ਇੰਨੀਆਂ ਮੌਜਾਂ, ਐਡੇ ਫਾਇਦੇ ਉਹਦਾ, ਮਨ ਬਾਹਰ ਆਉਂਦਾ ਹੀ ਨਹੀਂ। ਕਹਿੰਦੇ ਮੈਂ ਬਾਹਰ ਖੇ ਖਾਣੀ ਜਾ ਕੇ, ਮੈਨੂੰ ਤੇ ਅੰਦਰ ਹੀ ਬੜਾ ਸਵਾਦ ਆ ਰਿਹਾ। ਕਬੂ ਸਾਧ ਸੰਗਤੇ ਇਹ ਪਾਵੈ, ਇਹ ਬਾਹਰ ਨਹੀਂ ਹੈ। ਸਾਧ ਸੰਗੇ ਹੋਏ ਬਸ ਦੁਸ਼ਟ ਬਸ ਹੋਤੇ, ਤੇ ਇਸ ਕਰਕੇ ਦਰਬੇ ਸਿਆਣਪ ਨਾਮ ਰਹਤੇ। ਕਬੂ ਸਾਧ ਸੰਗਤ ਇਹ ਪਾਵੈ, उस स्थान ते बाहर न आवै, उस स्थान का नहीं विनाश। अंतरे हुए ज्ञान प्रकाश, ज्यों जल में जल आए खटाना, त्यों ज्योति संग जोत समाना। मिट गए भौने मन दे, मिट गए गवन, ऐन स्टिल हो गया, अंदर खड़ा हो गया मन। मिट गए गवन पाए विश्राम, नानक किसी गुरु तो नहीं बलिहारे जाता। आ चीज़ देखनी है, किसी गुरु ना नहीं रखनी। नानक प्रभ के साथ कुर्बान। देखो बाणी किधर लाउंदी है, उस अकाल पुरख कल वो अंदर रखो, वो धर्म जाए। कबू साध संगत ये पावै, उस स्थान ते बाहर न आवै, उस स्थान का नहीं विनाश। अंतरे हुए ज्ञान प्रकाश, ज्यों जल में जल आए खटाना, त्यों ज्योति संग ज्योत समाना। मिट गए गवन पाए विश्राम, नानक प्रभ के साथ कुर्बान। तो वो आन के जगाउंदा अंदरों, कोई जगत कोई जगत कर कृपा मोहे सारंग प्राणे। सारंग है
ਬਬੀਹਾ ਪਾਣੀ ਹੈ ਪਾਣੀ, ਜਿੱਦਾਂ ਬਬੀਹਾ ਪਾਣੀ ਨੂੰ ਲੋਚਦਾ ਉਹਦਾ ਭਜਨ ਕਰਦਾ ਹੈ, ਕਹਿੰਦਾ ਇੱਦਾਂ ਮੈਂ ਰੱਬ ਦਾ ਭਜਨ ਕਰਨਾ ਹੈ। ਕਰ ਨੂੰ ਉਹ ਜਦੋਂ ਸਾਧ ਸੰਗ ਅੰਦਰ ਹੁੰਦਾ ਹੈ, ਉੱਥੇ ਕੀ ਚੀਜ਼ ਹੈ? ਕਰ ਕਿਰਪਾ ਮੋਹਿ ਸਾਰਿਕ ਪਾਣੀ। ਸਾਰਾ ਸਾਲ ਬਬੀਹਾ ਟੂਕਦਾ ਰਹਿੰਦਾ, ਪੀ ਕਹਾਂ ਪੀ ਕਹਾਂ ਪੀ ਕਹਾਂ, ਇੱਦਾਂ ਬਿਆਸੀ ਨੇ ਨਾਮ ਜਪੀ ਜਾਣਾ। ਫਿਰ ਉਹ ਸਵੰਤੀ ਬੂੰਦ ਉਹਦੇ ਅੰਦਰ ਅੰਮ੍ਰਿਤ ਦੀ ਆਉਂਦੀ ਹੈ, ਔਰ ਬਬੀਹਾ ਸਾਲ ਪਰ ਰੱਜ ਜਾਂਦਾ। ਇਸ ਕਰਕੇ ਮੇਰੇ 'ਤੇ ਵੀ ਹੁਣ ਅੰਦਰ ਸਾਧ ਸੰਗ 'ਚ ਆ ਗਿਆ, ਮੈਨੂੰ ਵੀ ਉਹ ਬੂੰਦ ਦੇ ਦੇ। ਕਰ ਕਿਰਪਾ ਮੋਹਿ ਸਾਰੰਗ ਕਹਿੰਦਾ ਮੈਨੂੰ ਤੇ ਸਭ ਤੋਂ ਵੱਡਾ ਖਜ਼ਾਨਾ ਉੱਥੇ ਇਹ ਮਿਲਣਾ ਹੈ ਕਿ ਜਿਹੜੇ ਸੰਤਨ ਹੈ, ਬਹੁਤੇ ਸਾਰੇ ਆ ਗਏ, ਇਹ ਹੈ ਜਿਨ੍ਹਾਂ ਦੀ ਚੜ੍ਹਾਈ ਜਾਂ ਕਰਮਖੰਡ ਦੇ ਵਾਸੀ, ਜਿਨ੍ਹਾਂ ਦੀ ਬਾਣੀ ਹੈ ਸਾਡੇ 'ਚ ਗੁਰੂਆਂ ਭਗਤਾਂ ਦੀ, ਉਹਨਾਂ ਨਾਲ ਇਸ਼ਾਰਾ ਹੈ। ਸੰਤਨ ਤੂਰੇ ਸਰਬ ਨਿਧਾਨ, ਆ ਗਈ ਸਾਬਤ ਪੂੰਜੀ। ਆ ਸਾਧ ਸੰਗ ਦੀ ਬਜਾਏ ਹੁਣ ਸਤਿਗੁਰ ਦਾ ਸੰਗ ਆ ਗਿਆ। ਦੇਖੋ, ਸਾਧ ਸੰਗ ਲਿਖਤਾ, ਸਤਿਗੁਰ ਸੰਗ ਲਿਖਤਾ, ਸੰਤ ਸੰਗ ਲਿਖਤਾ। ਇਹ ਸਾਰੀ ਇੱਕੋ ਹੀ ਸਪਿਰਿਚੁਅਲ ਸਟੇਜ ਹੈ, ਜਿੱਥੇ ਸਤਿਗੁਰ ਸਾਹਿਬ ਨੂੰ ਹੀ ਸਾਧ ਕਿਹਾ, ਕੱਲਾ ਜਿੱਥੇ ਹੋਵੇ ਸੰਤ ਕਿਹਾ ਸਾਰਾ। ਆਹ ਦੇਖੋ ਸੰਤਨ, ਉੱਥੇ ਬਹੁਤ ਸਾਰੇ ਗੁਰਸਿੱਖ ਬੈਠੇ ਆ, ਜਾਂ ਉਹਦੀ ਚੜ੍ਹਾਈ ਵਾਲੇ ਸੰਤਨ ਜਿਨ੍ਹਾਂ ਦੀ ਬਾਣੀ ਹੈ ਸਾਡੇ ਕੋਲ। ਸੰਤਨ ਤੂਰੇ ਸਰਬ ਨਿਧਾਨ, ਕਰ ਕਿਰਪਾ ਮੋਹਿ। ਆ ਗਏ ਆਪਟੀਮਿਸਟਿਕ ਵਿਊ, ਕਿੱਡਾ ਭਿਆਨਕ ਸ਼ਬਦ ਸੀ ਪਿੱਛੇ ਸਾਰਾ ਕਰ ਰਹੇ, ਕਿੱਡਾ ਕਿੱਥੇ ਤੱਕ ਪਹੁੰਚਣਾ ਸੀ। ਕਰ ਕਿਰਪਾ ਮੋਹਿ ਸਾਰੰਗ ਪਾਣੇ, ਇਹ ਸੰਤਨ ਤੂਰੇ। ਤੂਰੇ ਆ ਉਹਨਾਂ ਦੀ ਗਰੀਬੀ, ਉਹਨਾਂ ਨਾਲ ਵੀ ਗਰੀਬ ਬਣਾ। ਸਪਿਰਿਚੁਅਲ ਡਸਟ ਵਾਲੀ ਇਸ਼ਾਰਾ ਹੈ। ਸੰਤਨ ਤੂਰੇ ਸਰਬ ਨਿਧਾਨ, ਆਪ ਖਜ਼ਾਨੇ ਮੈਨੂੰ ਮਿਲ ਗਏ। ਸਾਬਤ ਪੂੰਜੀ, ਸਾਬਤ ਵਸਤੂ ਦੇਖੋ ਆਈ ਹੁਣ ਕਿਹਦੇ ਸੰਗੇ? ਸਤਿਗੁਰ ਸੰਗੇ, ਸਤਿਗੁਰ ਸੰਗੇ। ਆ ਮੈਂ ਸਤਿਗੁਰ ਜੀ ਦੀ ਦੇਣ ਯਾਰ ਤੁਹਾਡੇ ਅੰਦਰ ਆਉਣਾ ਹੈ। ਸਾਬਤ ਪੂੰਜੀ ਸਤਿਗੁਰ ਸੰਗੇ। ਆਹਾ, ਫੇਰ ਜਾਗਦਾ ਨਾਨਕ, ਫੇਰ ਅੰਦਰ ਮਨ ਜਾਗਦਾ। ਨਾਨਕ ਜਾਗੇ ਪਾਰ ਬ੍ਰਹਮ ਰੰਗ 'ਚ ਜਾਗਦਾ, ਫੇਰ ਮਤਲਬ ਮਨ ਖੜਾ ਹੋ ਗਿਆ। ਪਹਿਲਾਂ ਸੁੱਤਾ ਸੀ, ਬੇਹੋਸ਼ ਪਿਆ ਸੀ। ਨਾਨਕ ਜਾਗੇ ਪਾਰ ਬ੍ਰਹਮ ਰਹਾਉ ਦੂਜਾ ਆਉਣਾ, ਬੜਾ ਸ਼ਬਦ ਸਮਝਣ ਵਾਲਾ ਹੈ। ਪਹਿਲਾ ਰਹਾਉ ਅਸੀਂ ਪੜ੍ਹਿਆ ਹੈ। ਇਹ ਕੋਈ ਕੋ ਸਵਾਲ ਹੈ ਕਿ ਕੌਣ ਜਾਗਦਾ ਹੈ? ਦੂਸਰੇ ਰਾਹ 'ਚ ਜਵਾਬ ਆਇਆ, ਸਾਬਤ ਵਸਤੇ ਆਪਣੀ ਸਾਬਤ ਵਸਤੇ ਆਪਣੀ। ਇਹ ਪਹਿਲਾ ਰਹਾਉ ਹੈ। ਦੂਸਰਾ ਰਹਾਉ ਦੇ ਬਾਅਦ ਦੂਜਾ ਲਫ਼ਜ਼ ਲਿਖਿਆ, ਦੇਖੋ ਅਖੀਰ ਤੇ ਆਣ ਕੇ ਰਹਾਉ ਦੂਜਾ ਕਿਉਂ ਹੈ? ਕੌਣ ਜਾਗਦਾ ਹੈ? ਸੋ ਜਾਗੇ ਜਿਸ, ਕੋਈ ਗੁਰੂ ਨਹੀਂ ਕੋਈ ਕਿਰਪਾਲ ਹੋਣਾ। ਲਫ਼ਜ਼ ਦੇਖਣੇ ਇਹ ਸੋ ਜਾਗੇ ਜਿਸ ਪ੍ਰਭ ਕਿਰਪਾਲ। ਪ੍ਰਭ ਦੇ ਭੱਬੇ ਨੂੰ ਔਂਕੜ, ਕਿਰਪਾਲ ਦੇ ਲੱਲੇ ਨੂੰ ਔਂਕੜ, ਉਹਨੂੰ ਧਿਆਨ 'ਚ ਰੱਖਣਾ ਸੀ। ਸੋ ਜਾਗੇ ਜਿਸ ਪ੍ਰਭ ਕਿਰਪਾਲ।
ਤੋਂ ਬਾਅਦ 2 ਡੰਡੀਆਂ 20ਵਾਂ ਸ਼ਬਦ ਹੈ ਇਸੇ ਚਾਲ ਦਾ। ਔਰ 89 99ਵਾਂ ਸ਼ਬਦ ਹੈ ਇਸੇ ਚਾਲ ਦਾ। ਦੇਖੋ ਕਿੰਨੇ ਸ਼ਬਦ ਪਿੱਛੇ। ਐਡੀਟਿੰਗ ਹੈ। ਐਡਾ ਵੱਡਾ ਗਿਆਨ, ਪਿਛਲੀਆਂ ਮਿਹਨਤ। ਗੁਰੂ ਮਹਾਰਾਜ ਤੇ ਆਪ ਰੱਬ ਨਾਲ ਮਿਲੇ ਸੀ। ਆਪ ਪੰਜਾਂ ਦੇ ਵਾਰ ਥੋੜ੍ਹੇ ਸੀ। ਜਿਨ੍ਹਾਂ ਨੇ ਗਿਆਨ ਦਿੱਤਾ, ਜਿੰਨੇ ਭਗਤਾਂ ਗੁਰੂਆਂ ਦਾ ਗਿਆਨ ਹੈ ਸਾਡੇ ਲਈ ਆਇਆ ਕਿ ਦੁਨੀਆ ਬਚ ਸਕੇਗੀ ਇਸ ਗਿਆਨ ਨਾਲ। ਇਸ ਕਰਕੇ ਪਹਿਲਾ ਰਹਾਉ ਹੈ ਦੂਸਰਾ ਰਹਾਉ ਆਇਆ ਸੋ ਜਾਗੇ ਜਿਸ ਪ੍ਰਭ ਕਿਰਪਾ ਪ੍ਰਭ ਕਿਰਪਾ ਇਹ ਪੂੰਜੀ ਸਾਬਤ ਧਨ ਮਾਲ। ਰਹਾਉ ਦੂਜਾ ਲਫ਼ਜ਼ਾਂ 'ਚ ਲਿਖ ਗਏ। ਰਹਾਉ ਹੀ ਪਹਿਲਾ ਸਵਾਲ ਹੈ, ਦੂਸਰਾ ਜਵਾਬ ਹੈ। ਔਰ ਅਸੀਂ ਸ਼ੁਰੂ ਕੀਤਾ ਸੀ ਮਨ ਸੋਇਆ ਮਾਇਆ ਬਿਸਮਾਰੇ, ਮਾਇਆ ਬਿਸਮਾਰੇ ਨੈਨੋ ਨੀਂਦ ਹਰ ਦ੍ਰਿਸ਼ਟੀ ਵਿਕਾਰ। ਇਹ ਸਰਵਣ ਸੋਏ ਸੁਣੇ ਨਿੰਦ ਵਿਚਾਰ। ਮਹੱਲੇ ਦੇ ਫਿਰ ਦਰਸ਼ਨ ਕਰੀਏ। ਪੰਨਾ ਹੈ ਪੇਜ 387, 387 ਪੰਨਾ, ਆਸਾ ਮਹੱਲਾ 5ਵਾਂ। ਔਰ ਅਸੀਂ ਮਨ ਨੂੰ ਪ੍ਰਬੋਧ ਕਰਕੇ ਸਾਰਾ ਸ਼ਬਦ ਲਿਖਿਆ ਜਿਹੜਾ ਸੁੱਤਾ ਪਿਆ ਹੈ। ਇਸ ਕਰਕੇ ਆਹ ਸ਼ਬਦ ਕਦੀ ਕਿਸੇ ਨੇ ਸੁਣੇ ਵੀ ਨਹੀਂ ਹੋਣੇ। ਖੰਡ ਪਾਠੀਆਂ ਨਾਲ ਕੁਰਲੀ ਕਰਕੇ ਬਥੇਰੀ ਵਾਰੀ ਸੁੱਟੇ ਹੋਣੇ ਹੈ। ਕਦੇ ਕੋਈ ਸਿੱਖ ਕੌਮ ਨੂੰ ਮਿਲ ਨਹੀਂ ਰਿਹਾ। ਬਾਬੇ ਦੇ 3 ਸਟੈਂਡਿੰਗ ਆਰਡਰਾਂ ਤੋਂ ਅਸੀਂ ਉਲਟ ਜਾ ਰਹੇ ਹਾਂ। ਬਾਬਾ ਕਹਿੰਦਾ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਈਏ। ਪੜ੍ਹ ਹੱਕ ਨਹੀਂ ਪੜ੍ਹ ਕੇ ਬੁੱਝ ਗਏ। ਹੋਰ ਗੱਲਾਂ ਸ਼ੈਤਾਨ ਸਮਝੇ ਸੂਝੇ ਪੜ੍ਹ ਬੂਝੇ। ਐਡੇ ਬਾਬੇ ਦੇ ਆਰਡਰ ਹੋਣ, ਉਹ ਸਾਨੂੰ ਖੰਡ ਪਾਠ ਕਰਾਈ ਜਾ ਰਹੇ ਨੇ। ਕਿਤੇ ਨਹੀਂ ਲਿਖਿਆ ਸਾਰੀ ਬਾਣੀ 'ਚ ਕੌਮ ਜਾਗੇ ਔਰ ਇਸ ਤਰ੍ਹਾਂ ਜਾਗੇਗੀ ਆਪਣੇ ਮਨ ਨੂੰ ਜਗਾਉਣਾ। ਜਾਗਰੀ ਮਨ ਜਾਗਣ ਹਾਰੇ, ਜਾਗਰੇ ਮਨ ਜਾਗਣ ਹਾਰੇ, ਜਾਗਣ ਹਾਰੇ ਮਨ ਜਾਗਣ ਹਾਰੇ। ਦੇਖੋ ਗੁਰੂ ਅਰਜਨ ਪਾਤਸ਼ਾਹ ਕਿੱਦਾਂ ਆਪਣੇ ਮਨ ਨੂੰ ਲਲਕਾਰ ਰਹੇ ਨੇ। ਜਾਗਰੇ ਮਨ ਜਾਗਣ ਹਾਰੇ, ਇਹ ਮਾਇਆ 'ਚ ਸੁੱਤਾ ਹੈ। ਜਾਗਰੇ ਮਨ ਜਾਗਣ, ਸ਼ਬਦ ਖੋਲ ਕੇ ਬੈਠੋ ਸੰਚੀਆਂ ਲੈ ਕੇ। ਪੰਨਾ ਹੈ 387 ਪੇਜ 387। ਇਹ ਜਾਗਰੇ ਹਰ ਅਵਰਨ ਆਵਸ ਕਾਨਾ, ਏ ਬਿਨ ਹਰ ਅਵਰਨ ਆਵਸ ਕਾਨਾ। ਝੂਠਾ ਮੋਹ ਮਿਥਿਆ ਪਾਸਾ, ਮਿਥਿਆ ਕਹਿੰਦੇ ਝੂਠ ਨੂੰ, ਸਭ ਬਕਵਾਸ ਹੈ। ਸਾਰਾ ਇਹ ਤੇਰੇ ਨਾਲ ਨਹੀਂ ਇਹ ਚੀਜ਼ਾਂ ਜਾਣੀ। ਝੂਠਾ ਮੋਹ ਮਿਥਿਆ ਪਾਸਾ, ਇਹ ਮਿਥਿਆ ਮੋਹ ਮਿਥਿਆ ਮੋਹ ਮਿਥਿਆ
ਸੀ ਵੀ ਸਤਿਗੁਰੂ ਬਗੈਰ ਨਹੀਂ ਹੈ ਜਾਗਣਾ, ਅੰਦਰ ਤੇਰੇ ਸਤਿਗੁਰ ਆਉਣਾ ਸ਼ੁਰੂ ਹੋਣਾ, ਫਿਰ ਇਹਨੇ ਜਾਗਣਾ ਸ਼ੁਰੂ ਕਰਨਾ। ਔਰ ਇੱਥੋਂ ਹੀ ਸ਼ਬਦ ਸ਼ੁਰੂ ਕਰਦੇ ਹੈ, ਸਤਿਗੁਰ ਆਪਣਾ ਸਦ ਸਦਾ ਸਮਾਰੇ, ਸਤਿਗੁਰ ਆਪਣਾ ਸਦ ਸਦਾ ਸਮਾਰੇ। ਸਤਿਗੁਰ ਜਿਹਦੀ ਦੇਹ ਨਹੀਂ ਹੈ, ਕਿੱਦਾਂ ਸਮਾਰਨਾ ਉਹਨੂੰ, ਉਹਦੇ ਚਰਨ ਨਹੀਂ ਹੈ। ਸ਼ਬਦ ਜਪ ਜਪ ਕੇ ਸਭ ਫੰਕਸ਼ਨ ਹੋਣੇ ਹੈ। ਤੋ ਗੁਰ ਕੇ ਚਰਨ ਕੇਸ ਸੰਗੇ ਚਾਰੇ, ਵੀ ਅਸੀਂ ਕੇਸ ਖੋਲ ਕੇ ਤੇ ਉਹਦੇ ਚਰਨ ਜਿਹੜਾ ਬਾਹਰ ਸਤਿਗੁਰੂ ਜਾਂ ਕੋਈ ਹੈ, ਇਹ ਗਰੀਬੀ ਹੈ। ਉਹ ਐਡੀ ਵੱਡੀ ਤੇਰੇ ਅੰਦਰ ਉਹ ਚੀਜ਼ ਆ ਰਹੀ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ। ਔਰ ਸਦਾ ਸਦਾ ਸੰਭਾਲਣ ਦੀ ਅਵਸਥਾ ਤੱਕ ਪਹੁੰਚ, ਸਿਮਰਨ ਦੀ ਅਵਸਥਾ ਤੱਕ। ਗੁਰ ਕੇ ਚਰਨ ਸ਼ਬਦ ਰੂਪੀ ਹੈ, ਹਿਰਦੇ ਚਰਨ ਸ਼ਬਦ ਸਤੇ ਗੁਰ ਕੋ, ਜਨ ਨਾਨਕ ਬਾਂਧਿਓ ਪਾਲ, ਇਹੋ ਮਹੱਲਾ ਲਿਖ ਰਿਹਾ। ਇਸ ਕਰਕੇ ਗੁਰ ਕੇ ਚਰਨ ਕੀ ਹੈ? ਸ਼ਬਦ ਹੀ ਹੈ ਜਿਹੜਾ ਹਿਰਦੇ 'ਚ ਉਤਰ ਜਾਂਦਾ। ਔਰ ਫਿਰ ਗੁਰ ਕੇ ਕੇਸ ਸੰਗ ਬਾਹਰ ਸਾਧੂਆਂ ਦੇ ਇੱਦਾਂ ਪੇੜ ਧੋਂਦੇ। ਮੈਂ ਭਾਈ ਸਾਹਿਬ ਜੀ ਝੂਠੀ ਨਹੀਂ ਹੈ ਗੱਲ। ਬਾਈਬਲ ਦੇ ਵਿੱਚ ਜਿਸ ਵੇਲੇ ਕ੍ਰਾਈਸਟ ਸਾਹਿਬ ਨੂੰ ਸੂਲੀ 'ਤੇ ਚਾੜਨਾ ਹੀ, ਸਾਰੇ ਉਹਦੇ ਪਿਆਰੇ ਕਈ ਉਹ ਆਪਣੇ ਕੇਸਾਂ ਦੇ ਨਾਲ ਕਰਕੇ ਕੇਸ ਆ ਸਾਧੂਆਂ ਦੇ ਹੁਣ ਚਰਨ ਧੋਏ ਜਾਂਦੇ ਅਤੇ ਪੀਏ ਜਾਂਦੇ ਸਾਰੇ। ਸਾਡਾ ਇਹ ਦੇਸ਼ ਨਹੀਂ ਹੈ ਸਤਿਗੁਰੂ, ਉਹਦੇ ਚਰਨ ਕੀ ਹੈ? ਸ਼ਬਦ ਹੀ ਹੈ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬਾਂਧਿਓ ਪਾਲ, ਕੇਸ ਸੰਗ ਝਾਰੇ ਕੀਏ। ਮੈਂ ਬਹੁਤ ਗਰੀਬ ਹੋ ਕੇ ਨਾਮ ਜਪ ਰਿਹਾ ਹਾਂ। ਇਹ ਸਤਿਗੁਰ ਆਪਣਾ ਸਦ ਸਦਾ ਸਮਾਰੇ, ਇਹ ਸਤਿਗੁਰ ਆਪਣਾ ਸਦ ਸਦਾ ਸਮਾਰੇ। ਵਾਹਿਗੁਰੂ 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 ਵਾਹਿਗੁਰੂ। ਇਹ ਸਤਿਗੁਰ ਆਪਣਾ ਸਦ ਸਦਾ ਸਮਾਰੇ, ਇਹ ਗੁਰ ਕੇ ਚਰਨ ਕੇਸ ਸੰਗੇ ਚਾਰੇ। ਹਾਂ, ਗੁਰ ਕੇ ਚਰਨ ਕੇਸ ਸੰਗੇ ਚਾਰੇ। ਇਹ ਜਾਗੇ ਮਨ ਜਾਗਨ ਹਾਰੇ, ਇਹ ਜਾਗੇ ਮਨ ਜਾਗਨ ਹਾਰੇ। ਇਹ ਬਿਨ ਹਾਰੇ ਅਵਰ ਨਾ ਆਵਸੇ ਕਾਮਾ, ਇਹ ਬਿਨ ਹਾਰੇ ਅਵਰ ਨਾ ਆਵਸੇ ਕਾਮਾ। ਇਹ ਝੂਠਾ ਮੋਹ ਮਿਥਿਆ ਪਾਸਾਰੇ, ਮਿਥਿਆ ਮੋਹ ਝੂਠਾ ਮੋਹ ਮਿਥਿਆ ਪਾਸਾਰੇ। ਰਹਾਉ ਲਾਇਆ ਮਿਥਿਆ ਮੋਹ, ਮੋਹ ਹੈ ਅਟੈਚਮੈਂਟ ਦੁਨੀਆ ਨਾਲ। ਮਿਥਿਆ ਝੂਠਾ ਮੋਹ ਮਿਥਿਆ ਪਾਸਾਰੇ। ਅੱਗੇ ਆਉਣੀ ਹੈ ਰਹਾਉ ਤੋਂ ਬਾਅਦ ਬਾਣੀ, ਉਹ ਗੁਰਬਾਣੀ ਨਹੀਂ ਸਮਝਣੀ, ਉਹ ਵੀ ਸ਼ਬਦ ਹੀ ਹੈ। ਇਹ ਗੁਰ ਕੀ ਬਾਣੀ ਸਿਉ ਰੰਗ ਲਾਏ। ਬਾਣੀ ਇੱਥੇ ਸ਼ਬਦ ਆ ਜਪਣ ਵਾਲਾ। ਸਾਰੀ ਉਮਰ ਬਾਣੀ ਪੜ੍ਹ ਰਹੀ ਹੈ, ਇੰਨੀ ਦੁਨੀਆ ਪੜ੍ਹ ਰਹੀ ਹੈ, ਇੰਨੀ ਬਾਣੀ ਮਾਰ, ਉਹਨਾਂ ਨੂੰ ਕਿਸੇ ਨੂੰ ਰੰਗ ਵੀ ਚੜਿਆ। ਝੂਠੀਆਂ ਨਹੀਂ ਹੈ, ਸਾਡੀ ਸਮਝ ਘੱਟ ਹੈ। ਅਸੀਂ ਇਹਦੇ ਮੁਕਾਬਲੇ 'ਚ ਇਸੇ ਮਹੱਲੇ ਦਾ ਸ਼ਬਦ ਦਿੰਦੇ ਹਾਂ ਵੀ ਰੰਗ ਕਾਹਦੇ ਨਾਲ ਚੜ੍ਹਨਾ। ਜੇ ਇੱਕ ਥਾਂ ਗੁਰੂ ਅਰਜਨ ਪਾਤਸ਼ਾਹ ਲਿਖ ਰਿਹਾ, ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਜਪ ਰਸਨਾ। ਸਾਨੂੰ ਧੋਖਾ ਦੇ ਕੇ ਦੇਖੋ ਜੀ ਬਾਣੀ ਨਾਲ ਰੰਗ, ਕਿਸੇ ਨੂੰ ਨਹੀਂ ਰੰਗ ਚੜਿਆ। ਇਹ ਰਿਲੇਟਿਵ ਗਿਆਨ ਹੈ। ਸਾਰੀ ਹਿੰਦੂ ਪਾਠ ਕਰੀ ਜਾਂਦੀ, ਸਾਰਾ ਜਿੰਨਾ ਵੇਦਾਂ ਸ਼ਾਸਤਰਾਂ, ਕਿਸੇ ਨੂੰ ਮਹਾਰਾਜ ਨੇ ਲਿਖਿਆ ਵੀ ਉਹਨਾਂ ਦੀ ਜਿਹੜੀ ਵੇਦ ਬਾਣੀ ਹੈ ਤ੍ਰੈ ਗੁਣਾ 'ਚ ਹੈ, ਸਾਰੀ ਜਿੰਨੀ ਬਾਣੀ ਹੈ। ਇਸ ਕਰਕੇ ਸਾਡੀ ਬਾਣੀ ਜਿਹੜਾ ਹੈ ਗੁਰਮੰਤਰ ਹੈ, ਜਿਹੜਾ ਜਪਣਾ ਜਿਹਦੇ ਨਾਲ ਰੰਗ ਚੜ੍ਹਦਾ। ਕਿਉਂਕਿ ਗੁਰੂ ਮਹਾਰਾਜ ਆਪ ਲਿਖਦੇ, ਗੁਰੂ ਅਰਜਨ ਦੇਵ ਜੀ, ਰਾਰਾ ਰੰਗੋ ਯਾ ਮਨ ਆਪਣਾ, ਰਾਰਾ ਰੰਗੋ
हर हर नाम जपो जप रसना, हे हर हर नाम जपो जप रसना। वाहिगुरु 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 वाहिगुरु। हर हर नाम जपो जप रसना, जपो हर हर नाम जपो जप रसना। ਇਹਦੇ ਨਾਲ ਤੈਨੂੰ ਦਰਗਾਹ 'ਚ ਐਂਟਰ ਹੋਣਾ ਪਏਗਾ, ਤੈਨੂੰ ਰੇ ਨਹੀਂ ਉੱਥੋਂ ਕੱਢਿਆ ਨਹੀਂ ਤੂੰ ਜਾਏਗਾ। ਇਹ ਹਰ ਹਰ ਨਾਮ ਜਪੋ ਜਪ ਰਸਨਾ, ਤੇਰਾ ਰੰਗ ਹੋਇਆ ਮਨ ਆਪਣਾ। ਇੱਥੇ ਗੁਰ ਕੀ ਬਾਣੀ ਸਿਉ ਰੰਗ ਲਾਏ, ਉਹ ਚੀਜ਼ ਹੈ, ਉਹ ਮਹੱਲਾ। ਦੋ ਚੀਜ਼ਾਂ ਨਹੀਂ ਬਾਣੀ ਛੋੜ ਗਈਆਂ। ਸਾਡੀ ਸਮਝ ਦੀ ਫਰਕ ਹੈ, ਰਿਲੇਟਿਵ ਗਿਆਨ ਹੈ। ਬਾਕੀ ਬਾਣੀਆਂ ਨਾਲ ਰੰਗ ਚੜਾਉਂਦੇ ਸੀ, ਪਰ ਹਰ ਰੰਗ ਹੋਇਆ ਮਨ ਆਪਣਾ। ਇਹ ਹਰ ਹਰ ਨਾਮ ਜਪੋ ਜਪ ਰਸਨਾ, ਰੇ ਦਰਗੇ ਕਹੇ ਨਾ ਕੋ, ਰੇ ਦਰਗੇ ਕਹੇ ਨਾ ਕੋ। आओ बैठ आओ बैठ आओ बैठ, आदर शोभन ਜੀਆਂ ਨੂੰ ਵੈਲਕਮ ਹੋਏਗੀ। ਅੱਗੇ ਆਨਾ ਜਿਹਨਾਂ ਦਾ ਰੰਗ ਚੜਾ ਕੇ ਗਾਂ ਜਾਂਦੇ ਆ। ਰੰਗ ਹੋਇਆ ਮਨ ਆਪਣਾ, ਰੰਗ ਹੋਇਆ ਮਨ ਆਪਣਾ। ਇਹ ਹਰ ਹਰ ਨਾਮ ਜਪੋ ਜਪ ਰਸਨਾ। ਅਸੀਂ ਕਹਿੰਦੇ ਆ ਬਾਣੀ ਤੇ ਹੁਣ ਆਈ ਹੈ ਬਾਬੇ ਨਾਨਕ ਦਾ ਸੋਮਾ। ਬਾਬਾ ਨਾਨਕ ਆਇਆ ਔਰ ਸਾਰੇ ਭਗਤ ਆਏ, ਉਹਨਾਂ ਨੇ ਬਾਣੀ ਸਾਨੂੰ ਦਿੱਤੀ। ਪਹਿਲੇ ਯੁੱਗਾਂ 'ਚ ਕਾਹਦੇ ਨਾਲ ਭਗਤ ਤਰਦੇ ਸੀ? ਰਾਮ ਜਪੋ ਜੀ ਐਸੇ ਐਸੇ ਭਗਤੀ ਕਰਦੇ ਸੀ ਇੱਕ ਅੱਖਰ ਤੇ। ਔਰ ਇਹੋ ਹੀ ਕਹਿ ਰਹੀ ਹੈ, ਉਹਦੇ ਨਾਲ ਰੰਗ ਚੜਨਾ। ਰੰਗ ਹੋਇਆ ਮਨ ਆਪਣਾ, ਇਹ ਹਰ ਹਰ ਨਾਮ ਜਪੋ ਜਪ ਰਸਨਾ, ਰੇ ਦਰਗੇ ਕਹੇ ਨਾ ਕੋ। आओ बैठ आदर शुभ दे, ਇਹੋ ਹੀ ਹੈ ਗੁਰ ਕੀ ਬਾਣੀ ਸਿਉ ਰੰਗ ਲਾਏ। ਗੁਰ ਕੀ ਬਾਣੀ ਸਿਉ ਰੰਗ ਲਾਏ। ਗੁਰ ਅੱਗੇ ਰਾਰੇ ਨੂੰ ਔਂਕੜ ਦੇਤਾ, ਪਹਿਲੇ ਨੂੰ ਰਾਰੇ ਨੂੰ ਔਂਕੜ ਨਹੀਂ ਹੈ। ਦੇਖ ਗੁਰ ਕੀ ਬਾਣੀ ਸਿਉ ਰੰਗ ਲਾਏ। ਗੁਰ ਕਿਰਪਾਲ ਹੋਏ ਦੁਖ ਜਾਏ। ਗੁਰ ਕਿਰਪਾਲ ਹੋਏ ਦੁਖ ਜਾਏ। ਉਸ ਗੁਰ ਬਿਨ ਦੂਜਾ ਨਹੀਂ ਥਾਉ। ਉਹ ਕੌਣ ਹੈ? ਫਿਰ ਰਾਰੇ ਨੂੰ ਔਂਕੜ ਆ ਗਏ। ਗੁਰ ਦਾਤਾ ਗੁਰ ਦੇਵ ਹੈ ਨਾਮ, ਗੁਰ ਦਾਤਾ ਗੁਰ ਦੇਵ ਹੈ ਨਾਮ। ਅੱਗੇ ਸਭ ਹੀ ਲਿਖਤਾ ਗਰਾ। ਉਹ ਜਿਹੜਾ ਗੁਰ ਹੈ ਸਾਡਾ, ਗੁਰ ਨਾ ਈਸ਼ਰ ਹੈ, ਨਾ ਗੋਰਖ ਹੈ, ਨਾ ਬਰਮਾ। ਗੁਰ ਈਸ਼ਰ ਗੁਰ ਗੋਰ ਸਾਡੇ ਲਿਆ ਗੁਰ ਹੈ। ਔਰ ਉਹੀ ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ। ਕੋਈ ਫਰਕ ਰਹਿ ਗਿਆ ਹੁਣ? ਗੁਰ 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 ਪਾਰ ਬ੍ਰਹਮ ਪਰਮੇਸ਼ਰ ਆਪੇ। ਉਹ ਬਾਕੀਆਂ ਨੂੰ ਨਾ, ਬਾਹਰਲਿਆਂ ਨੂੰ ਜਪੀ ਤੂੰ। ਆਠ ਪੈਰ ਨਾਨਕ ਗੋਰੇ ਜਾਪੇ। ਨਾਨਕ ਗੁਰੂ ਨੂੰ ਨਹੀਂ ਜਪਣ ਲੱਗ ਪੈਣਾ, ਨਾਨਕ ਛਾਪ ਹੈ। ਇਹ ਨਾਨਕ ਜੋਤ ਦੀ ਬਾਣੀ ਹੈ। ਗੁਰ ਜਾਪੇ। ਗੁਰ ਕੌਣ ਹੈ? ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ। ਧੰਨ ਗੁਰੂ ਨਾਨਕ ਇਹਦੇ ਦੁਆਲੇ ਹੋਏ। ਉਹ ਨਹੀਂ ਭਾਈ, ਤੁਹਾਡਾ ਪਿਆਰ ਠੀਕ ਹੈ, ਪਰ ਆ ਬਾਣੀ ਨਹੀਂ ਨੂੰ ਮੰਨਦੀ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪੇ। ਆਠ ਪੈਰ ਨਾਨਕ ਗੁਰ ਜਾਪੇ। ਰਹਾਉ ਕੀ ਸੀ? ਜਾਗ ਵੇ ਮਨ ਜਾਗਣ ਹਾਰੇ। ਜਾਗ ਵੇ ਮਨ ਜਾਗਣ
अगला असी शब्द लेने हैं जो इस शब्द चौंकी का अखीरला शब्द हो। और देखो कोई विरला जागदा है, जागदा ये नहीं भी राती जागे रहना, असी सोना सारा ये उन्होंने वास्ते मन नूं जगाउणा है। इस करके को जागे हर जन, को जागे हर जन, वो विरला जन जागदा है, मन तो मन नूं जगाउंदा है। को जागे हर जन, पंजवें घर च गा रहे हैं। उस लिखिया राग आसा घर पंजवा महला पंजवा, पन्ना है 380, पेज 380। देखो कैसे अजीब शब्द है। को जागे हर जन, मेहरबान है साडा ज्ञान, सानू तपला वजना भी दस रहा भाई। ऐस ऐस घर च गाओ। को जागे हर जन, को जागे हर जन। दुनिया ना देख, दुनिया सुती पई है। परम में सोई सगल जगत तंद अंध, सगल जगत तंद अंध। को जागे हर जन, को जागे हर जन। परम में सोई सगल जगत तंद अंध, को जागे हर जन, को जागे हर जन। गुरु बाबा नानक जागदा है, कादे नाल जागदा है। इक आखे सबद पाखे, अर्ध उरद दिन राते। इक आखे सबद पाखे, अर्ध उरद दिन राते। सिखो शब्द प्यारे, जन्म मरण की मोक्ष उज्जल सदा सुखी, सदा सुखी, सदा सुखी। नानक सिमरत एक। वाहिगुरु जी का खालसा, वाहिगुरु जी की फतेह।